ਸੋ ਬੇਕਰਸਫੀਲਡ ਏਰੀਆ ਦੇ ਵਿੱਚ ਜੇਕਰ ਤੁਹਾਨੂੰ ਕਿਸੇ ਪ੍ਰਕਾਰ ਦਾ ਵੀ ਸੋਲਰ ਸਿਸਟਮ ਲਵਾਉਣ ਦੀ ਸਲਾਹ ਚਾਹੀਦੀ ਹੈ ਜਾਂ ਲਵਾਉਣਾ ਚਾਹੁੰਦੇ ਹੋ ਤਾਂ ਜਤਿੰਦਰ ਸਿੰਘ ਤੂਰ ਹੋਰਾਂ ਦੇ ਨਾਲ ਸੰਪਰਕ ਕਰੋ ਜੀ 6617541722 ਤੇ ਅਕਾਲ ਟਰੱਕ ਸਟਾਪ ਵਾਲੇ ਬਾਈ ਜੀ ਹੋਰਾਂ ਦਾ ਤਾਂ ਸੁਨੇਹਾ ਤੁਹਾਨੂੰ ਮੈਂ ਦੇ ਹੀ ਦਿੱਤਾ ਸੀ, ਪਰ ਫਿਰ ਵੀ ਅਕਾਲ ਟਰੱਕ ਐਂਡ ਟ੍ਰੇਲਰ ਸੈਂਟਰ 200 ਟਰਾਂਸਪੋਰਟ ਰੋਡ ਸਪਰਿੰਗਫੀਲਡ ਵਿਨੀਪੈਗ ਦੇ ਵਿੱਚ ਤੁਸੀਂ ਜਾ ਕੇ ਆਪਦੇ ਟਰੱਕ ਅਤੇ ਟਰਾਲੇ ਦਾ ਸਾਰਾ ਕੰਮ ਕਰਾ ਸਕਦੇ ਹੋ। ਬਿਜ਼ਨਸ ਦਾ ਨੰਬਰ ਹੈ 204 777 0460। ਇਹ ਵਨ ਸਟਾਪ ਆਪਾਂ ਆਖੀਏ ਜੀ ਰਿਪੇਅਰ ਸ਼ਾਪ ਹੈ, ਟਰੱਕ ਸ਼ਾਪ ਹੈਗੀ ਹੈ ਇਹ। ਸੋ ਟਾਇਰਾਂ ਤੋਂ ਲੈ ਕੇ ਇੰਜਨ ਬੰਨਣ ਤੱਕ, ਇੰਜਨ ਜਿਹਨੂੰ ਆਪਾਂ ਪੰਜਾਬੀ 'ਚ ਇੰਜਨ ਬੰਨਣਾ ਕਹਿ ਦਿੰਦੇ, ਇੰਜਨ ਰੀਬਿਲਟ, DOT ਸੇਫਟੀ ਇੰਸਪੈਕਸ਼ਨ, ਗੌਰਮੈਂਟ ਅਪਰੂਵਡ ਸ਼ਾਪ ਹੈ ਜੀ 24 ਆਵਰਸ। ਐਂਡ ਸਭ ਤੋਂ ਵੱਡੀ ਗੱਲ ਹੈ ਜਿਹੜੇ ਟਰਾਂਸ ਕੈਨੇਡਾ ਵੀਰ ਚੱਲਦੇ ਨੇ, ਬਿਲਕੁਲ ਮਿਡਲ ਦੇ ਵਿੱਚ ਵਿਨੀਪੈਗ ਪੈਂਦਾ, ਸੋ ਤੁਹਾਨੂੰ ਕੋਈ ਤਕਲੀਫ ਨਹੀਂ ਹੈ। ਤੁਸੀਂ ਉੱਥੇ ਆਪਦਾ ਟਰੱਕ ਟਰਾਲਾ ਲਾਓ ਅਤੇ ਸਾਰਾ ਕੰਮ ਕਰਵਾ ਸਕਦੇ ਹੋ। ਰਾਹ ਜਾਂਦੇ ਵਿੰਡ ਸਕਰੀਨ ਵੀ ਕਿਤੇ ਕਰੈਕ ਹੋ ਜਾਂਦੀ ਹੈ ਤਾਂ ਵੀ ਤੁਰੰਤ ਬਦਲ ਦਿੰਦੇ ਨੇ। ਅਤੇ ਹੁਣ ਮੇਰੇ ਨਾਲ ਨੀਲ ਭਲਿੰਦਰ ਜੀ ਜੁੜ ਗਏ ਨੇ। ਨੀਲ ਜੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ ਦਾਨੀਆਲ ਸਾਹਿਬ। ਨੀਲ ਭਲਿੰਦਰ ਜੀ, ਅੱਜ ਚਰਚਾ ਤਾਂ ਗੱਲ ਇਹ ਹੁੰਦੀ ਹੈ ਕਿ ਇੱਕ ਮਸਲੇ ਦੇ ਉੱਤੇ ਦੋ ਵਕੀਲਾਂ ਦੀ ਸਲਾਹ ਲੈ ਲਓ ਤਾਂ ਗੱਲ ਸਲਾਹ ਸਹੀ ਮਿਲ ਜਾਂਦੀ ਹੈ। ਸੋ ਰਾਮ ਰਹੀਮ ਵਾਲੀ ਤਾਂ ਆਪਾਂ ਚਰਚਾ ਜਿਵੇਂ ਕੀਤੀ ਹੈ, ਸਾਰਿਆਂ ਨੇ ਇਸ ਦੇ ਉੱਤੇ ਕੀਤਾ ਹੈ, ਤੇ ਅੱਜ ਫਿਰ ਆਪਾਂ ਕਿਸ ਵੱਲ ਨੂੰ ਤੁਰ ਗਏ? ਦੇਖੋ, ਅੱਜ ਇੱਕ ਨਵੇਂ ਅਕਾਲੀ ਦਲ ਦਾ ਐਲਾਨ ਹੋਇਆ ਤੇ ਇੱਕ ਅਕਾਲੀ ਦਲ ਦੇ ਵਿੱਚ ਜਿਹੜੀ ਫੁੱਟ ਉੱਭਰ ਕੇ ਸਾਹਮਣੇ ਆਈ ਹੈ ਜੀ। ਅਕਾਲੀ ਦਲ ਟਕਸਾਲੀ ਦਾ ਇੱਕ ਤਰ੍ਹਾਂ ਨਾਲ ਭੋਗ ਪਿਆ ਕਹਿ ਸਕਦੇ ਹਾਂ ਆਪਾਂ। ਆਲਮੋਸਟ ਜਿੰਨੀ ਫੋਰਫਰੰਟ ਲੀਡਰਸ਼ਿਪ ਸੀਗੀ ਪਾਰਟੀ ਦੇ ਪ੍ਰਧਾਨ ਜਥੇਦਾਰ ਰਣਜੀਤ ਸਿੰਘ ਬ੍ਰਹਮਪੁਰਾ ਤੇ ਜਨਰਲ ਸਕੱਤਰ ਕਰਨੈਲ ਸਿੰਘ ਪੀਰ ਮੁਹੰਮਦ ਤੇ ਰਵਿੰਦਰ ਸਿੰਘ ਬ੍ਰਹਮਪੁਰਾ ਜੋ ਕਿ ਪੁੱਤਰ ਨੇ ਬ੍ਰਹਮਪੁਰਾ ਸਾਹਿਬ ਦੇ, ਉਹਨਾਂ ਨੂੰ ਸਿਰਕੜ ਲੀਡਰਸ਼ਿਪ ਚੋਂ ਉਹਨਾਂ ਨੂੰ ਛੱਡ ਕੇ ਬਾਕੀ ਆਲਮੋਸਟ ਦਵਿੰਦਰ ਸਿੰਘ ਹੋਣ, ਭਾਵੇਂ ਬੱਬੀ ਬਾਦਲ ਹੋਣ ਜਾਂ ਹੋਰ ਹੋਣ, ਉਹ ਸਾਰੇ ਅੱਜ ਆਏ ਉੱਥੇ ਲੁਧਿਆਣੇ ਜਾ ਕੇ ਹਮਾਇਤ ਦੇ ਆਏ। ਤੇ ਹੁਣੇ ਤਾਜ਼ਾ ਪਤਾ ਲੱਗਿਆ ਕਿ ਵੀਰ ਦਵਿੰਦਰ ਸਿੰਘ ਨੇ ਤਾਂ ਸ਼੍ਰੋਮਣੀ ਅਕਾਲੀ ਦਲ ਟਕਸਾਲੀ ਦੇ ਸਾਰੇ ਅਹੁਦਿਆਂ ਤੋਂ ਅਸਤੀਫਾ ਵੀ ਦੇ ਦਿੱਤਾ ਹੈ। ਵੀਰ ਦਵਿੰਦਰ ਸਿੰਘ ਤਾਂ ਪਤਾ ਹੀ ਨਹੀਂ ਲੱਗਦਾ ਜੀ, ਪੀਪਲਸ ਪਾਰਟੀ ਆਫ PPP 'ਚ ਵੀ ਚਲੇ ਗਏ, ਹੋਰਾਂ 'ਚ ਵੀ ਚਲੇ ਗਏ, ਟਕਸਾਲੀ 'ਚ ਚਲੇ ਗਏ। ਮੈਨੂੰ ਇਹਨਾਂ ਦੀ ਕਿਤੇ ਨਾ ਕਿਤੇ ਐਂ ਲੱਗਦਾ ਹੁੰਦਾ ਕਿ ਸਮਹਾਓ ਕਿਤੇ ਨਾ ਕਿਤੇ ਠੀਕ ਹੈ, ਇੰਟੈਲੀਜੈਂਟ ਬੜੇ ਨੇ, ਸਾਰਾ ਕੁਛ ਬੜਾ, ਪਰ ਉਹ ਵੀ ਜਗਮੀਤ ਬਰਾੜ ਵਾਂਗੂ ਕਾਲੇ ਹੀ ਨੇ ਕਈ ਮਾਮਲਿਆਂ ਦੇ ਵਿੱਚ। ਜਗਮੀਤ ਬਰਾੜ ਤੇ ਤੁਸੀਂ ਦੂਜਾ ਨਾਮ ਭੁੱਲ ਗਏ, ਬਲਵੰਤ ਸਿੰਘ ਰਾਮੂਵਾਲੀਆ। ਚਲੋ ਰਾਮੂਵਾਲੀਆ ਸਾਹਿਬ ਤਾਂ ਕਿਤੇ ਨਾ ਕਿਤੇ ਖੱਟ ਤਾਂ ਗਏ, ਉਹਨਾਂ ਨੇ ਕਈ ਕ੍ਰੈਡਿਟਸ ਤਾਂ ਲੈ ਗਏ ਜੇ ਆਪਾਂ ਗੱਲ ਕਰੀਏ ਕਈ ਮਾਮਲਿਆਂ ਦੇ ਉੱਤੇ, ਪਰ ਇੱਥੇ ਇਹਨਾਂ ਦੋ ਬੰਦੇ ਉਹਨਾਂ ਨੇਤਾਵਾਂ 'ਚ ਸ਼ੁਮਾਰ ਹੁੰਦੇ ਨੇ ਪੰਜਾਬ ਦੇ ਵਿੱਚ ਜਿਹੜੇ ਹਰ ਕਿਸੇ ਦੁਕਾਨ ਦੀ ਬੋਹਣੀ ਕਰਾਉਣਾ ਆਪਣਾ ਫਰਜ਼ ਸਮਝਦੇ ਆ। ਬਿਲਕੁਲ ਬਿਲਕੁਲ। ਇਹ ਜਦੋਂ ਵੀ ਕੋਈ ਨਵਾਂ ਤੁਸੀਂ ਕਹਿ ਦੋ ਕਿ ਅਸੀਂ ਪਾਰਟੀ ਬਣਾਵਾਂਗੇ, ਉਹ ਤੁਹਾਡੀ ਵੀ ਬੋਹਣੀ ਕਰਾ ਕੇ ਜਾਣਗੇ, ਉਹ ਨਾਰਾਜ਼ ਨਹੀਂ ਕਰਦੇ। ਅੱਛਾ ਦੇਖੋ, ਪਰ ਕੁੱਲ ਮਿਲਾ ਕੇ ਇਹ ਗੱਲ ਦੇਖੋ, ਦੂਜੇ ਪਾਸੇ ਹਾਂ ਆਪਾਂ ਖਬਰਾਂ ਨਿਬੇੜ ਲਈਏ ਵੀ ਅਪਡੇਟ ਕੀ ਨੇ। ਆਪਣਾ ਇਹ ਹੈ ਕਿ ਰਣਜੀਤ ਸਿੰਘ ਬ੍ਰਹਮਪੁਰਾ ਨੇ ਵੱਲੋਂ ਜਿਹੜਾ ਜਨਰਲ ਸਕੱਤਰ ਕਰਨੈਲ ਸਿੰਘ ਪੀਰ ਮੁਹੰਮਦ ਨੇ ਹੁਣੇ ਇੱਕ ਪ੍ਰੈਸ ਬਿਆਨ ਜਾਰੀ ਕੀਤਾ ਜੀ। ਉਹਨੇ ਬੜੇ ਭਰੇ ਮਨ ਨਾਲ ਜਿਹੜਾ ਹੈਗਾ ਕਿਹਾ ਕਿ ਜਿਹੜੇ ਬੰਦੇ ਅੱਜ ਸੁਖਦੇਵ ਸਿੰਘ ਢੀਂਡਸਾ ਦੇ ਗਲ 'ਚ ਸਰੋਪਾ ਪਾ ਕੇ ਆਏ ਨੇ, ਖਾਸ ਕਰ ਆਪਣਾ ਸੇਵਾ ਸਿੰਘ ਸੇਖਵਾਂ ਤੇ ਵੀਰ ਦਵਿੰਦਰ ਸਿੰਘ, ਤੇ ਇਹਨਾਂ ਨੇ ਹੀ ਜਿਹੜਾ ਅਕਾਲ ਤਖ਼ਤ ਸਾਹਿਬ ਦੇ ਉੱਤੇ ਪੇਸ਼ ਹੋ ਕੇ ਜਿਹੜਾ ਅਰਦਾਸ ਕਰਕੇ ਜਿਹੜਾ ਸ਼੍ਰੋਮਣੀ ਅਕਾਲੀ ਦਲ ਟਕਸਾਲੀ ਦੇ ਗਠਨ ਦੀ ਗੱਲ ਕੀਤੀ ਸੀ, ਤੇ ਉਹਨਾਂ ਨੇ ਜਿਹੜਾ ਮੇਰੀ ਪਿੱਠ 'ਚ ਛੁਰਾ ਨਹੀਂ ਮਾਰਿਆ ਹੈਗਾ, ਬਲਕਿ ਇਹਨਾਂ ਨੇ ਜਿਹੜੀ ਅਰਦਾਸ ਕੀਤੀ ਸੀ ਉਹਦੀ ਉਲੰਘਣਾ ਕੀਤੀ ਹੈ ਇਹਨਾਂ ਨੇ। ਤੇ ਦੂਜਾ ਉਹਨਾਂ ਨੇ ਕਿਹਾ ਵੀ ਮੈਂ ਜਦੋਂ ਜੇਰੇ ਲਾ ਜਾਂ ਤਾਂ ਇਸ ਸਮੇਂ 'ਚ ਮੇਰੇ ਵਾਰ-ਵਾਰ ਅਪੀਲ ਕਰਨ ਤੇ ਵੀ ਕਿ ਅਸੀਂ ਇਕਜੁੱਟ ਰਹਿਣਾ ਹੈ, ਸੁਖਦੇਵ ਸਿੰਘ ਢੀਂਡਸਾ ਨੂੰ ਵੀ ਦੇ ਨਾਲ ਰਹਿਣਾ ਹੈ, ਉਹਨਾਂ ਨੂੰ ਆਪਣੇ ਨਾਲ ਰੱਖਣਾ ਹੈ। ਪਰ ਅਜਿਹੇ 'ਚ ਵੀ ਜਿਹੜਾ ਉਹ ਇੱਕ ਰਾਤ ਪਹਿਲਾਂ ਜਿਹੜਾ ਕਿਸੇ ਹੋਰ ਤਰ੍ਹਾਂ ਦੇ ਭਰੋਸੇ ਦਿੰਦੇ ਰਹੇ ਤੇ ਸਵੇਰੇ ਜਾ ਕੇ ਜਿਹੜਾ ਉਹਨਾਂ ਨੇ ਨਵੀਂ ਪਾਰਟੀ 'ਚ ਸ਼ਾਮਲ ਹੋਣ ਦਾ ਨਾ ਸਿਰਫ ਐਲਾਨ ਕੀਤਾ, ਬਲਕਿ ਜਿਹੜੇ ਭਰੋਸੇ ਪਿੱਛੇ ਦੇ ਕੇ ਗਏ ਨੇ ਉਹਨਾਂ ਨੂੰ ਵੀ ਜਿਹੜਾ ਉਹ ਵਿਸਾਰ ਗਏ। ਤੇ ਉਹਨਾਂ ਨੇ ਸੇਵਾ ਸਿੰਘ ਸੇਖਵਾਂ ਤੇ ਇਹਨੂੰ ਡਾਕਟਰ ਰਤਨ ਸਿੰਘ ਅਜਨਾਲਾ ਤੇ ਉੱਤੇ ਜ਼ਿਆਦਾ ਕਿਹਾ ਕਿ ਵੀ ਇਹਨਾਂ ਨੇ ਜਿਹੜਾ ਮੈਨੂੰ ਅੱਗੇ ਹੋ ਕੇ ਮੈਨੂੰ ਪ੍ਰਧਾਨ ਬਣਾਇਆ ਸੀ ਤੇ ਇਹਨਾਂ ਦੀ ਸਰਗਰਮੀ ਸੀ ਸਾਰੀ, ਤੇ ਇਹਨਾਂ ਨੇ ਮੇਰੇ ਸਰੋਪੇ ਪਾਏ ਸੀ। ਤੇ ਡਾਕਟਰ ਅਜਨਾਲਾ ਦਾ ਭਾਵੇਂ ਸਿਹਤ ਖਰਾਬ ਹੈ, ਪਰ ਸੇਖਵਾਂ ਤੇ ਵੀਰ ਦਵਿੰਦਰ ਦਾ ਜਿਹੜਾ ਜਾ ਕੇ ਢੀਂਡਸਾ ਦੇ ਗਲ 'ਚ ਸਰੋਪੇ ਪਾਉਣਾ ਜਿਹੜਾ
ਇਹ ਕਾਫੀ ਨਾਖੁਸ਼ਗਵਾਰ ਹੈ ਤੇ ਮੇਰੇ ਲਈ ਬ੍ਰਹਮਪੁਰਾ ਨੇ ਕਿਹਾ ਕਿ ਇਹ ਨਮੋਸ਼ਜਨਕ ਹੈ। ਤੇ ਨਾਲ ਹੀ ਉਹਨਾਂ ਨੇ ਇਹ ਕਿਹਾ ਕਿ ਉਹ ਜਿਹੜਾ ਛੇਤੀ ਆਪਣਾ ਅਗਲਾ ਪ੍ਰੋਗਰਾਮ ਐਲਾਨਣਗੇ ਜੀ, ਇਹਦੇ ਬਾਰੇ ਜਲਦੀ ਫੈਸਲਾ ਕੀਤਾ ਜਾਏਗਾ। ਤੇ ਉਹਨਾਂ ਨਾਲ ਹੀ ਕਿਹਾ ਕਿ ਉਹ ਸ਼੍ਰੋਮਣੀ ਅਕਾਲੀ ਦਲ ਟਕਸਾਲੀ ਦੇ ਉੱਤੇ ਡਟ ਕੇ ਪਹਿਰਾ ਦਿੰਦੇ ਰਹਿਣਗੇ ਜੀ। ਇਸ ਤੋਂ ਇੱਕ ਗੱਲ ਸਪਸ਼ਟ ਹੈ ਕਿ ਹੁਣ ਦੁਫਾੜ ਹੋ ਗਿਆ ਸ਼੍ਰੋਮਣੀ ਅਕਾਲੀ ਦਲ ਟਕਸਾਲੀ ਜੀ। ਵੈਸੇ ਇੱਕ ਚੀਜ਼ ਦੇਖੋ ਨਾ, ਗੱਲ ਕੀ ਹੈ ਕਿ ਇੱਕ ਪੁਰਾਣੀ ਕਹਾਵਤ ਨਾ, ਉਹ ਅਸੀਂ ਵੀ ਗੱਲ ਕਰਨੇ ਕਿ ਜਿਹੜਾ ਨਾ ਕਲੱਲੀਆਂ ਸਵਾਰੀਆਂ ਵਾਲੀ ਕਿਸ਼ਤੀ ਉਹਨੇ ਕਿਤੇ ਨਾ ਕਿਤੇ ਡੁੱਬਣਾ ਹੁੰਦਾ। ਪਰ ਮੈਂ ਉਹੀ ਗੱਲ ਕਰਦਾ ਕਿ ਜਦੋਂ ਇੱਕ ਚੀਜ਼ ਦੇਖਿਆ ਜਾਵੇ ਤਾਂ ਕੁਛ ਜਿਵੇਂ ਤੁਸੀਂ ਆਖਿਆ ਕਈ ਬੰਦਿਆਂ ਦੀ ਆਦਤ ਹੁੰਦੀ ਬਾਹਣੀ ਕਰਾਉਣੀ, ਇਸੇ ਤਰ੍ਹਾਂ ਕਈ ਬੰਦੇ ਆ ਕਿ ਜਿਹੜੀ ਪਾਰਟੀ ਮਿਲੀ ਉੱਧਰ ਨੂੰ ਤੁਰ ਪੈਂਦੇ ਆ। ਉਹ ਕਲੱਲੀਆਂ ਸਵਾਰੀਆਂ ਹੁੰਦੀਆਂ। ਮੈਨੂੰ ਕਿਤੇ ਨਾ ਕਿਤੇ ਇਹ ਵੀ ਲੱਗਦਾ ਕਿ ਜਿਹੜੀਆਂ ਕਲੱਲੀਆਂ ਸਵਾਰੀਆਂ ਹੁੰਦੀਆਂ ਕੁਛ ਏਜੰਸੀਆਂ ਦੇ ਤੇ ਦੂਜੀਆਂ ਪਾਰਟੀਆਂ ਦੇ ਵੀ ਨੁਮਾਇੰਦੇ ਹੁੰਦੇ ਨੇ ਉਹ, ਕਿਉਂਕਿ ਤੁਸੀਂ ਉੱਥੇ ਜਾਓ ਤੇ ਜਾ ਕੇ ਵਿੱਚ ਖੱਲਲ ਪਾਓ, ਬੜੇ ਤੇਜ਼ ਤਰਾਰ ਹੁੰਦੇ ਨੇ, ਇਨਫਲੂਐਂਸਿਸ ਤੇ ਸਾਰਾ ਕੁਝ ਕਰਦੇ ਨੇ। ਜੇਕਰ ਪੀਰ ਮੁਹੰਮਦ ਦੀ ਗੱਲ ਕਰੀਏ, ਦੇਖੋ ਕਦੋਂ ਕਿੰਨਾ ਮੇਰੇ ਖਿਆਲ ਪੋਤਿਆਂ ਵਾਲੇ ਹੁਣ ਚੱਲੇ ਹੋਣੇ ਆ ਕਿ ਉਹਨਾਂ ਨੇ ਹਜੇ ਤੱਕ ਸਿੱਖ ਸਟੂਡੈਂਟ ਫੈਡਰੇਸ਼ਨ ਤੱਕ ਦੇ ਪ੍ਰਧਾਨ ਹੀ ਰਹੇ ਆ। ਵਨ ਮੈਨ ਸ਼ੋਅ ਹੀ ਰਿਹਾ ਉਹਨਾਂ ਦਾ। ਉਹਨਾਂ ਦੇ ਜਿਹੜੇ ਅੰਗੀ ਸੰਗੀ ਸੀਗੇ ਉਹ ਕਿਤੇ ਬਾਦਲ ਸਾਹਿਬ ਨਾਲ ਹੁੰਦੇ ਸੀ, ਕਿਤੇ ਕਿੱਧਰ ਹੋ ਜਾਂਦੇ, ਕਿਤੇ ਕਿੱਧਰ ਹੋ ਜਾਂਦੇ ਸੀ। ਉਹਨਾਂ ਦੀਆਂ ਗੱਲਾਂ ਬਾਤਾਂ ਤੋਂ ਹਾਸਾ ਆਉਂਦਾ ਹੁੰਦਾ ਸੀ ਵੀ ਇਹਨਾਂ ਦਾ ਸਟੈਂਡ ਕੀ ਹੈ। ਦੇਖੋ ਇੱਕ ਨਹੀਂ ਇਹ ਵੀਰ ਦਵਿੰਦਰ ਸਿੰਘ ਉਹਨਾਂ ਨੂੰ ਆਪਾਂ ਉਸੇ ਕਤਾਰ 'ਚ ਗਿਣਦੇ ਆ ਜਾਂ ਅੱਜ ਕੱਲ੍ਹ ਜਿਹੜਾ ਇਹ ਨਵਾਂ ਅਕਾਲੀ ਦਲ ਅੱਜ ਐਲਾਨ ਕੀਤਾ ਗਿਆ ਇਹਦੇ 'ਚ ਸਭ ਤੋਂ ਵੱਧ ਜਿਹਨੇ ਸਰਗਰਮੀ ਨਾਲ ਅੱਗੇ ਹੋ ਕੇ ਭੂਮਿਕਾ ਨਿਭਾਈ ਹੈ ਤਾਂ ਇੱਧਰ ਸਾਬਕਾ ਰਾਜ ਸੂਚਨਾ ਕਮਿਸ਼ਨਰ ਤੇ ਅਕਾਲੀ ਦਲ ਦੇ ਨੇਤਾ ਰਹੇ ਮੋਗਾ ਤੋਂ ਨਿਧੜਕ ਸਿੰਘ ਬਰਾੜ ਨੇ ਜਿਹੜਾ ਸਭ ਤੋਂ ਜ਼ਿਆਦਾ ਭੂਮਿਕਾ ਨਿਭਾਈ ਹੈ। ਤੇ ਨਿਧੜਕ ਸਿੰਘ ਬਰਾੜ ਦਾ ਪਿਛਲੇ ਕੋਈ 5, 6 ਜਾਂ 10 ਇੱਕ ਦਹਾਕੇ ਦੇ ਵਿੱਚ ਅਸੀਂ ਕੋਈ ਸਿਆਸੀ ਪੱਕਾ ਆਧਾਰ ਨਹੀਂ ਵੇਖਣ ਨੂੰ ਮਿਲ ਸਕਿਆ ਕਿਸੇ ਪਾਸਿਓਂ। ਖਾਸ ਕਰ 5-6 ਸਾਲ ਜਿਹੜਾ ਇੱਕ ਕੌਂਸਟੀਟਿਊਸ਼ਨਲ ਪੋਸਟ ਦੇ ਉੱਤੇ ਰਹਿ ਕੇ ਜਾਣ ਤੋਂ ਬਾਅਦ ਫਿਰ ਦੁਬਾਰਾ ਸਰਗਰਮ ਹੋਣ ਦੀ ਕੋਸ਼ਿਸ਼ ਕੀਤੀ ਹੈ। ਤੇ ਦੂਜੀ ਗੱਲ ਦੇਖੋ, ਸੁਖਦੇਵ ਸਿੰਘ ਢੀਂਡਸਾ ਨੇ ਨਵੀਂ ਪਾਰਟੀ ਦਾ ਐਲਾਨ ਕਰ ਦਿੱਤਾ ਤੇ ਉਹ ਰਾਜ ਸਭਾ ਮੈਂਬਰ ਨੇ, ਕੇਂਦਰ 'ਚ ਮੰਤਰੀ ਰਹੇ ਨੇ, ਕਾਮਨਵੈਲਥ ਖੇਡਾਂ ਦੇ ਸਮੇਂ ਦੇ ਵਿੱਚ ਚੰਗਾ ਨਾਮਣਾ ਰਿਹਾ ਉਹਨਾਂ ਦਾ ਇੱਕ ਸਿੱਖ ਹੋਣ ਦੇ ਨਾਤੇ। ਏਡੇ ਵੱਡੇ ਇਵੈਂਟ ਦੇ ਵਿੱਚ ਉਸ ਸਮੇਂ ਉਹਨਾਂ ਖੇਡ ਮੰਤਰੀ ਹੋਣਾ ਉਹਨਾਂ ਦਾ, ਤੋ ਉਹ ਇੱਕ ਵੱਡੇ ਕੱਦ ਦੇ ਨੇਤਾ ਨੇ, ਇਸ 'ਚ ਕੋਈ ਸ਼ੱਕ ਨਹੀਂ। ਉਹਨਾਂ ਨੇ ਪਾਰਟੀ ਬਣਾਈ ਹੈ, ਅਕਾਲੀ ਦਲ ਦੇ ਨਾਮ ਦੇ ਹੀ ਪਾਰਟੀ ਬਣਾਈ ਹੈ ਉਹਨਾਂ ਨੇ। ਤੇ ਉਹ ਵੱਡੀ ਗੱਲ ਹੈ ਕਿ ਇੱਕ ਕਿਉਂਕਿ ਉਹ ਪ੍ਰਕਾਸ਼ ਸਿੰਘ ਬਾਦਲ ਦੇ ਮੁੱਢਲੇ ਜੋਟੀਦਾਰਾਂ ਚੋਂ ਨੇ। ਪਰ ਟਕਸਾਲੀ ਅਕਾਲੀ ਦਲ ਤੋਂ ਤੋੜ ਵਿਛੋੜਾ ਕਰਨਾ ਜਾਂ ਟਕਸਾਲੀ ਅਕਾਲੀ ਦਲ ਨੂੰ ਤੋੜਨ ਦੀ ਕੋਸ਼ਿਸ਼ ਕਰਨਾ ਜਾਂ ਟਕਸਾਲੀ ਅਕਾਲੀ ਦਲ ਨੂੰ ਨਾ ਮੰਨਣਾ, ਇਹਦੇ ਵਾਸਤੇ ਸੁਖਦੇਵ ਸਿੰਘ ਢੀਂਡਸਾ ਸਪਸ਼ਟ ਜਵਾਬ ਨਹੀਂ ਹੁਣ ਤੱਕ ਦੇ ਸਕੇ। ਇਹ ਵੀ ਇੱਕ ਬੜੀ ਵੱਡੀ ਗੱਲ ਹੈ ਕਿ ਇਹਨਾਂ ਦਾ ਕਿਤੇ ਨਾ ਕਿਤੇ ਜਾਂ ਤਾਂ ਇਹ ਕਹਿ ਦਈਏ ਕਿ ਟਕਸਾਲੀ ਅਕਾਲੀ ਦਲ ਜਿਵੇਂ ਪਹਿਲਾਂ ਸੀਗਾ ਕਿ ਰਣਜੀਤ ਸਿੰਘ ਬ੍ਰਹਮਪੁਰਾ ਦੇ ਵੀ ਕੇਂਦਰ ਦੀਆਂ ਕੁਛ ਜਿਹੜੇ ਨੇ ਨਜ਼ਦੀਕੀਆਂ ਬੜੀਆਂ ਸੀਗੀਆਂ। ਪਰ ਜੇਕਰ ਇਹ ਆਖੀਏ ਕਿ ਕਿਤੇ ਟਕਸਾਲੀ ਅਕਾਲੀ ਦਲ 'ਚ ਇਹ ਤਾਂ ਗੱਲ ਨਹੀਂ ਆ ਗਈ ਕਿ ਉਹ ਜ਼ਿਆਦਾ ਜਿਹੜੇ ਨੇ ਉਹ ਆਪਾਂ ਆਖੀਏ ਕਿ ਕੱਟੜ ਨੇ, ਤਾਂ ਇੱਥੇ ਇਹ ਕੋਸ਼ਿਸ਼ ਹੋਵੇ ਬੀਬੀ ਖਾਲੜਾ ਨੂੰ ਟਿਕਟ ਜੇ ਸਿੰਘ ਦੀ ਟਿਕਟ ਕੱਟ ਕੇ ਬੀਬੀ ਖਾਲੜਾ ਨੂੰ ਦੇ ਦੇਣੀ। ਹਾਂਜੀ, ਤੇ ਉਹ ਵੀ ਕੋਈ ਜ਼ਿਆਦਾ ਉਹਦਾ ਨਤੀਜਾ ਵੀ ਕੋਈ ਚੰਗਾ ਨਹੀਂ ਨਿਕਲਿਆ ਤੇ ਥੋੜਾ ਉਲਾਰਪਣ ਹੋਣਾ, ਕਿਉਂਕਿ ਜੋ ਲਿਬਰਲ ਸਿਸਟਮ ਚੱਲ ਰਿਹਾ ਇਸ ਵਕਤ ਸਿਆਸੀ ਤੌਰ ਦੇ ਉੱਤੇ, ਕਿਉਂਕਿ ਭਾਰਤੀ ਜਨਤਾ ਪਾਰਟੀ ਤੇ ਸਹਿਯੋਗ ਤੋਂ ਬਿਨਾਂ ਵੀ ਕਿਸੇ ਪਾਰਟੀ ਦੀ ਗਤੀ ਹੇਠਲੇ ਪੱਧਰ ਤੇ ਨਹੀਂ ਹੈਗੀ। ਖਾਸ ਕਰ ਪੰਜਾਬ ਵਿੱਚ ਅਕਾਲੀ ਦਲ ਦੀ ਜੇਕਰ ਗੱਲ ਕਰੀਏ, ਅਕਾਲੀ ਰਾਜਨੀਤੀ ਦੀ ਜੇਕਰ ਗੱਲ ਕਰੀਏ, ਤੇ ਜੇਕਰ ਸੁਖਦੇਵ ਸਿੰਘ ਢੀਂਡਸਾ ਹਾਲਾਂਕਿ ਉਹ ਨਕਾਰਦੇ ਨੇ ਸਾਰੀਆਂ ਗੱਲਾਂ ਨੂੰ, ਪਰ ਇਸ ਗੱਲ ਨੂੰ ਕਿਸੇ ਤੋਂ ਆਪਾਂ ਇਹ ਗੱਲ ਲੁਕੀ ਨਹੀਂ ਹੋਈ ਕਿ ਉਹਨਾਂ ਦੀਆਂ ਨਜ਼ਦੀਕੀਆਂ ਭਾਰਤੀ ਜਨਤਾ ਪਾਰਟੀ ਦੀ ਹਾਈਕਮਾਨ ਨਾਲ ਹੈਗੀਆਂ ਨੇ। ਕੇਂਦਰ 'ਚ ਵਜ਼ੀਰ ਰਹੇ ਹੋਣ ਸਦਕਾ ਇੰਨੀ ਲੇਟ ਤਾਂ ਮੇਰੇ ਖਿਆਲ 'ਚ ਬੀਬਾ ਹਰਸਿਮਰਤ ਕੌਰ ਬਾਦਲ ਨਹੀਂ ਬਣਾ ਸਕੀ, ਆਪਣੀ ਜੁੰਡਲੀ ਨਹੀਂ ਬਣਾ ਸਕੀ ਭਾਜਪਾ ਦੇ ਸਿਖਰਲੇ ਨੇਤਾਵਾਂ ਦੇ ਨਾਲ ਦਿੱਲੀ ਦੇ ਵਿੱਚ ਦੂਜੀ ਵਾਰ ਮੰਤਰੀ ਹੋਣ ਦੇ ਬਾਵਜੂਦ ਵੀ, ਜਿੰਨੀ ਆਪਣੀ ਪੋਲੀਟੀਕਲ ਪ੍ਰੋੜਤਾ ਕਹਿ ਲਈਏ ਆਪਾਂ, ਉਹਦੇ ਸਦਕਾ ਸੁਖਦੇਵ ਸਿੰਘ ਢੀਂਡਸਾ ਬਣਾਉਣ 'ਚ ਕਾਮਯਾਬ ਰਹੇ ਨੇ। ਸੁਖਦੇਵ ਸਿੰਘ ਢੀਂਡਸਾ ਦਾ ਕਦਮ ਤਾਂ ਦੇਖੋ ਬਹੁਤ ਇਸ ਗੱਲ ਨੂੰ ਅੱਖੋਂ ਪਰੋਖੇ ਨਹੀਂ ਕੀਤਾ ਜਾ ਸਕਦਾ। ਪੈਸੇ ਵਾਈਜ਼ ਵੀ ਦੇਖੀਏ ਤਾਂ ਪੈਸੇ ਦਾ ਵੀ ਦੇਖੀਏ ਤਾਂ ਸੁਖਦੇਵ ਸਿੰਘ ਢੀਂਡਸਾ ਜਿਹੜੇ ਕੁਝ ਘੱਟ ਨਹੀਂ ਹੈਗੇ ਕਿ ਬਾਦਲਾਂ ਨਾਲੋਂ ਵੀ। ਜੀ ਬਿਲਕੁਲ ਬਿਲਕੁਲ। ਦੇਖੋ ਕਿਉਂਕਿ ਮਿਨਿਸਟਰੀਆਂ ਬੜੀਆਂ ਤਕੜੀਆਂ ਰਹੀਆਂ ਨੇ, ਰਿਲੇਸ਼ਨ ਬੜੇ ਤਕੜੇ ਨੇ, ਤੇ ਜੇਕਰ ਆਪਣੇ ਲਈ ਚੰਦਾ ਇਕੱਠਾ ਕਰਨ ਦੀ ਲੋੜ ਵੀ ਪੈ ਜੇ ਤੇ ਜੇ ਸਿਰ ਤੇ ਬੀਜੇਪੀ ਦਾ ਹੱਥ ਹੋਵੇ ਤਾਂ ਜੋ ਮਰਜ਼ੀ ਪਾਰਟੀ ਚਲਾ ਸਕਦੇ ਨੇ ਫਿਰ ਤਾਂ, ਕਿਉਂਕਿ ਦੋ ਚੀਜ਼ਾਂ ਨੇ, ਪੈਸੇ ਕਿੰਨੀ ਮਾਰ ਰਖਾਣੀ। ਪਿਛਲੇ 2 ਦਹਾਕਿਆਂ ਦੇ ਵਿੱਚ ਨਾ ਇਹ ਤੀਜੀ ਘਟਨਾ ਹੈ ਜੋ ਮੇਰੀ ਜਾਂਚੇ ਵੱਡੀ ਘਟਨਾ ਅਕਾਲੀ ਦਲ ਦੇ ਵਿੱਚ ਪਾੜ ਪੈਣ ਦੀ ਹੈ। ਪਹਿਲੀ ਘਟਨਾ ਜਿਹੜੀ ਹੈਗੀ ਹੈ ਉਹ ਜਥੇਦਾਰ ਗੁਰਚਰਨ ਸਿੰਘ ਟੌੜਾ ਉਹਨਾਂ ਨੇ ਸਰਬ ਹਿੰਦ ਅਕਾਲੀ ਦਲ ਬਣਾਇਆ ਸੀ ਜੀ। ਟੌੜਾ ਸਾਹਿਬ ਦਾ ਇੱਕ ਕਹਿ ਸਕਦੇ ਹਾਂ ਕਿ 27-28 ਸਾਲ ਦਾ ਸ਼੍ਰੋਮਣੀ ਕਮੇਟੀ ਦੀ ਪੰਥਕ ਸਿਆਸਤ ਦਾ ਪ੍ਰਧਾਨਗੀ ਦਾ ਤਜਰਬਾ ਜ਼ਰੂਰ ਸੀ, ਪਰ ਸਰਗਰਮ ਸਿਆਸਤ ਦਾ ਤਜਰਬਾ ਨਹੀਂ ਸੀ। ਉਹਨਾਂ ਨੇ ਕਦੇ ਕੇਂਦਰ ਦੇ ਵਿੱਚ ਵਜ਼ੀਰੀ ਨਹੀਂ ਕੀਤੀ,
ਕਦੇ ਉਹਨਾਂ ਨੇ ਪੰਜਾਬ ਦੇ ਵਿੱਚ ਮੇਰੇ ਖਿਆਲ ਵਜ਼ੀਰੀ ਨਹੀਂ ਕੀਤੀ ਜੀ। ਸੋ ਉਹਨਾਂ ਉਸ ਕਾਰਨ ਸਿਆਸੀ ਤਜਰਬੇ ਦੀ ਘਾਟ ਕਾਰਨ, ਸਿਆਸੀ ਪਿਛੋਕੜ ਦੀ, ਤਜਰਬੇ ਦਾ ਘਾਟ ਨਹੀਂ ਸੀ ਜਥੇਦਾਰ ਟੌਹੜਾ 'ਚ, ਸਿਆਸੀ ਹਰ ਤਰ੍ਹਾਂ ਦਾ ਤਜਰਬਾ ਸੀ ਉਹਨਾਂ ਦੇ ਵਿੱਚ, ਕਿਉਂਕਿ ਸਿੱਖ ਸਿਆਸਤ ਨੂੰ ਦੀ ਵਾਗਡੋਰ ਸੰਭਾਲਣਾ, ਇੰਨੇ ਲੰਮੇ ਸਮੇਂ ਤੱਕ ਸੰਭਾਲੀ ਰੱਖਣਾ, ਇਹ ਬਗੈਰ ਸਿਆਸੀ ਤਜਰਬੇ ਤੋਂ ਨਹੀਂ ਹੋ ਸਕਦੀ। ਹਾਲਾਂਕਿ ਜਥੇਦਾਰ ਟੌਹੜਾ ਨੇ ਆਪਣੇ ਦੇਹਾਂਤ ਤੋਂ ਕੁਝ ਮਹੀਨੇ ਪਹਿਲਾਂ, ਉਹਨਾਂ ਦਿਨਾਂ 'ਚ ਮੈਂ TV ਚੈਨਲ 'ਚ ਕੰਮ ਕਰਦਾ ਸੀ, ਸਾਡੇ ਕੋਲ ਇੰਟਰਵਿਊ 'ਚ 2004 ਕੇ 3 ਦੀ ਗੱਲ ਹੈ, ਤੇ 3 ਦੀ ਗੱਲ ਹੈ, ਉਦੋਂ ਇਹਨਾਂ ਨੇ ਇੰਟਰਵਿਊ 'ਚ ਕਿਹਾ ਸੀ ਕਿ ਮੈਂ ਤਾਂ ਸਰਗਰਮ ਇੱਕ ਸਿਆਸਤਦਾਨ ਦੇ ਤੌਰ ਦੇ ਉੱਤੇ ਆਉਣਾ ਚਾਹੁੰਦਾ ਸੀਗਾ, ਪਰ ਮੈਨੂੰ ਪ੍ਰਕਾਸ਼ ਸਿੰਘ ਬਾਦਲ ਨੇ ਪੰਥਕ ਸਿਆਸਤ ਦੇ ਵਿੱਚ ਵਾੜ ਕੇ ਤੇ ਸ਼੍ਰੋਮਣੀ ਕਮੇਟੀ ਦੀ ਪ੍ਰਧਾਨਗੀ ਦੇ ਕੇ ਜਿਹੜਾ ਹੈਗਾ ਨੁਕਰੇ ਲਾਈ ਰੱਖਿਆ, ਕਿਉਂਕਿ ਮੈਂ ਉਹਦਾ ਵੱਡਾ ਸਿਆਸੀ ਸ਼ਰੀਕ ਬਣਨਾ ਸੀ। ਕਿਉਂਕਿ ਜਥੇਦਾਰ ਟੌਹੜਾ, ਦੇਖੋ ਆਪਾਂ ਇਸ ਗੱਲ ਤੋਂ ਕਦੇ ਇਨਕਾਰ ਨਹੀਂ ਦਾਨੇ ਵਾਲੇ ਸਭ ਕਰ ਸਕਦੇ ਕਿ ਜਿਹੜੀ ਪੰਜਾਬ ਦੀ, ਖਾਸ ਕਰ ਪੰਜਾਬ ਦੀ ਸਿਆਸਤ, ਵੈਸੇ ਤਾਂ ਸਾਰੀ ਸਮੁੱਚੀ ਸਿਆਸਤ, ਖਾਸ ਕਰ ਜਿਹੜੀ ਅਕਾਲੀ ਸਿਆਸਤ ਹੈ, ਇਹ ਕਿਸਾਨੀ ਪਿਛੋਕੜ ਵਾਲੀ ਸਿਆਸਤ ਕਹਿ ਸਕਦੇ ਆ ਆਪਾਂ, ਪਰ ਇਹ ਕੁੱਲ ਮਿਲਾ ਕੇ ਜੱਟ ਸਿਆਸਤ ਇਹਨੂੰ ਕਹਿੰਦੇ ਆ ਆਪਾਂ। ਜੱਟ ਸਿਆਸਤ, ਨਿਰੋਲ ਜੱਟ ਸਿਆਸਤ ਮੈਂ ਇਸਨੂੰ ਕਹਿਣਾ ਚਾਹਾਂਗਾ। ਜੱਟ ਦਾ ਇੱਥੇ ਜੋ ਇੱਥੇ ਜੱਟ ਦਾ ਅਰਥ ਇਹ ਨਹੀਂ ਕੱਢਿਆ ਜਾ ਸਕਦਾ ਕਿ ਸਮੁੱਚੇ ਕਿਸਾਨੀ ਵਰਗ ਜਾਂ ਸਮੁੱਚੇ ਪੇਂਡੂ ਵਰਗ ਨੂੰ ਆਪਾਂ ਜੱਟ ਕੈਟਾਗਰੀ 'ਚ ਗਿਣਦੇ ਆ। ਇੱਥੇ ਜੱਟ ਦਾ ਜੋ ਅਸਲ ਅਰਥ ਹੈ ਕਿ ਜੱਟ ਜਾਤ ਜੋ ਹੈ, ਜੱਟ ਗੋਤ ਨੇ ਜਿਹੜੇ, ਉਹ ਸਰਗਰਮ ਸਿਆਸਤ ਦੇ ਵਿੱਚ ਮੋਹਰੀ ਭੂਮਿਕਾ ਨਿਭਾਉਂਦੇ ਆਏ ਨੇ। ਜੇਕਰ ਕਾਂਗਰਸ ਦੀਆਂ ਵੀ ਸਰਕਾਰਾਂ ਬਣਦੀਆਂ ਨੇ ਤਾਂ ਮੁੱਖ ਮੰਤਰੀ ਜੱਟ ਜਾਤ ਗੋਤ ਵਾਲਾ ਬੰਦਾ ਹੀ ਬਣਦਾ, ਤੇ ਮੁਰਲੇ 5-6 ਜਿਹੜੇ ਸਿਖਰਲੇ ਮੰਤਰੀ ਹੁੰਦੇ ਨੇ ਜਿਨ੍ਹਾਂ ਨੇ ਹਰੇਕ ਮੁੱਦੇ ਦੇ ਉੱਤੇ ਸਰਕਾਰ ਦਾ ਬਚਾਅ ਕਰਨਾ ਹੁੰਦਾ ਤੇ ਸਰਕਾਰ ਵੱਲੋਂ ਵਿਰੋਧੀ ਧਿਰਾਂ ਤੇ ਅਟੈਕ ਕਰਨੇ ਹੁੰਦੇ ਨੇ, ਕੇਂਦਰ ਨਾਲ 10-50 ਲੈਣਾ ਹੁੰਦਾ ਜੀ। ਉਹ ਵੀ ਅੱਜ ਦੀ ਸਰਕਾਰ ਵਿੱਚ ਵੀ ਉਹ ਵੀ ਜੱਟ ਪਿਛੋਕੜ ਵਾਲੇ ਨੇ, ਭਾਵੇਂ ਆਪਾਂ ਸੁੱਖੀ ਰੰਧਾਵਾ ਦੀ ਗੱਲ ਕਰ ਲਈਏ, ਭਾਵੇਂ ਨਵਜੋਤ ਸਿੰਘ ਸਿੱਧੂ ਦੀ ਗੱਲ ਕਰ ਲਈਏ, ਭਾਵੇਂ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਦੀ ਗੱਲ ਕਰ ਲਈਏ, ਤੇ ਭਾਵੇਂ ਆਪਾਂ ਸੁਖ ਸਰਕਾਰੀਆ ਮੇਰੇ ਖਿਆਲ 'ਚ ਮੈਨੂੰ ਜ਼ਿਆਦਾ ਇੰਨਾ ਕਿ ਉਹ ਸਰਕਾਰੀਆ ਜੱਟ ਗੋਤ ਹੈ ਜਾਂ ਨਹੀਂ ਹੈ, ਤੇ ਚਲੋ ਉਹ ਤਾਂ ਵੈਸੇ ਵੀ ਜਿਹੜਾ ਹੈਗਾ ਆਫ ਸਕਰੀਨ ਰਹਿੰਦੇ ਨੇ, ਪਰ ਜਿਹੜੇ ਮੈਂ ਨਾਂ ਲਏ ਨੇ ਤਾਂ ਇਹੀ ਜਦੋਂ ਵੀ ਬਹਿਬਲ ਕਲਾਂ ਬਰਗਾੜੀ ਦਾ ਮੁੱਦਾ ਹੁੰਦਾ ਤਾਂ ਇਹੀ ਮੰਤਰੀ ਜਾਂ ਇਹੀ ਕਾਂਗਰਸ ਦੇ ਨੇਤਾ ਬੋਲਣ ਦੀ ਜਿਹੜੀ ਜ਼ਰੂਰਤ ਰੱਖਦੇ ਨੇ, ਜਾਂ ਇਹੀ ਜਿਹੜਾ ਵਨ ਲਾਈਨਰ ਆ ਇਸ ਮੁੱਦੇ ਦੇ ਉੱਤੇ ਸਰਕਾਰ ਵੱਲੋਂ ਕੀ ਦ੍ਰਿਸ਼ਟੀਕੋਣ ਰੱਖਣਾ, ਸਰਕਾਰ ਦਾ ਪੰਥਕ ਪਾਸਾ ਕਿਵੇਂ ਬਚਾ ਕੇ ਰੱਖਣਾ ਕਾਂਗਰਸ ਦਾ, ਉਹਦੇ ਤੇ ਗੱਲ ਕਰਦੇ ਨੇ, ਜਾਂ ਕੇਂਦਰ ਨਾਲ ਕਿਵੇਂ ਜਿਹੜਾ ਜਵਾਬ ਤਲਬੀ ਕਰਨੀ ਹੈ, ਜਿਹੜੀ ਜੋ ਵੀ ਕੇਂਦਰ ਨਾਲ ਕਿਸੇ ਤਰ੍ਹਾਂ ਦਾ ਸੰਵੇਦਨਸ਼ੀਲ ਮੁੱਦੇ ਦੇ ਉੱਤੇ, ਨਾਗਰਿਕਤਾ ਕਾਨੂੰਨ ਹੈ, ਕਸ਼ਮੀਰ ਦਾ ਮਾਮਲਾ ਹੈ, ਇਹਨਾਂ ਦੇ ਉੱਤੇ ਉਹ ਜਿਹੜਾ ਇਸ ਕੈਟਾਗਰੀ ਦੇ ਜਿਹੜੇ ਨੇਤਾ ਹੀ ਕਰਦੇ ਆਏ ਨੇ। ਇਸੇ ਤਰ੍ਹਾਂ ਅਕਾਲੀ ਸਿਆਸਤ ਦੇ ਵਿੱਚ ਵੀ ਜਥੇਦਾਰ ਟੌਹੜਾ ਹੀ ਜਿਹੜੇ ਸਭ ਤੋਂ ਵੱਡੇ ਇੱਕ ਜੱਟ ਹੋਣ ਨਾਤੇ, ਨਿੱਜੀ ਤੌਰ ਤੇ ਜੱਟ ਜਾਤ ਨਾਲ ਸੰਬੰਧਿਤ ਹੋਣ ਨਾਤੇ ਪ੍ਰਕਾਸ਼ ਸਿੰਘ ਬਾਦਲ ਦੇ ਸਭ ਤੋਂ ਵੱਡਾ ਖਤਰਾ ਸੀਗੇ, ਸਭ ਤੋਂ ਵੱਡੇ ਸਿਆਸੀ ਸ਼ਰੀਕ ਸੀਗੇ ਜੀ। ਆਪਾਂ ਗੱਲ ਕਰ ਰਹੇ ਸੀਗੇ, ਖੈਰ ਇਹ ਥੋੜਾ ਜਿਹਾ ਆਪਾਂ ਰੈਫਰੈਂਸ ਲਿਆ ਪਰ ਇਹ ਬਹੁਤ ਰੈਲੇਵੈਂਟ ਹੈ ਰੈਫਰੈਂਸ, ਇਸ ਨੂੰ ਆਪਾਂ ਇਨਕਾਰ ਨਹੀਂ ਕਰ ਸਕਦੇ। ਕਦੇ ਵੀ ਬ੍ਰਹਮ ਮਹਿੰਦਰਾ ਹੋਣੀ ਸਰਕਾਰ ਮੰਤਰੀ ਨੇ, ਵੱਡੇ ਮੰਤਰੀ ਨੇ, ਰਾਣਾ KP ਹੋਣੀ ਨੇ ਵੱਡੇ ਮੰਤਰੀ ਨੇ, ਅਕਾਲੀ ਦਲ ਦੇ ਵਿੱਚ ਵੀ ਦੀਪ ਮਲਹੋਤਰਾ ਵਰਗੇ, NK ਸ਼ਰਮਾ ਵਰਗੇ ਨੇਤਾ ਰਹੇ ਨੇ, ਜਾਂ ਹੋਰ ਨੇਤਾ ਵੀ ਰਹੇ ਨੇ ਤੇ ਹੋਰ ਪਾਰਟੀਆਂ ਵਿੱਚ ਵੀ ਨੇ, ਉਹ ਕਦੇ ਇਸ ਤਰ੍ਹਾਂ ਦੇ ਸੰਵੇਦਨਸ਼ੀਲ ਮੁੱਦਿਆਂ ਦੇ ਉੱਤੇ ਖੁੱਲ ਕੇ ਬੇਬਾਕੀ ਨਾਲ ਬੋਲਦੇ ਨਹੀਂ ਵੇਖੇ ਗਏ। ਇਹ ਪ੍ਰਤੱਖ ਸੱਚਾਈ ਹੈ। ਤੋ ਜੇਕਰ ਜਸਟਿਸ ਰਣਜੀਤ ਸਿੰਘ ਕਮਿਸ਼ਨ ਦੀ ਰਿਪੋਰਟ ਵੀ ਟੇਬਲ ਕੀਤੀ ਗਈ ਸੀ ਪੰਜਾਬ ਵਿਧਾਨ ਸਭਾ ਦੇ ਵਿੱਚ, ਤਾਂ ਜਿਹੜੇ 5 ਮੁੱਖ ਬੁਲਾਰੇ ਬੋਲੇ ਸੀ ਤੇ ਉਹਨਾਂ ਚੋਂ 4 ਜੱਟ ਪਿਛੋਕੜ ਵਾਲੇ ਸੀਗੇ। ਇਸ ਗੱਲ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ, ਇਹ ਬਣਤਰ ਇਸ ਤਰ੍ਹਾਂ ਦੀ ਹੈ ਸਾਡੇ ਸਮਾਜ ਦੀ। ਤੇ ਦੂਜੀ ਵਾਰ ਜਿਹੜਾ ਅਕਾਲੀ ਦਲ ਲਈ ਜਿਹੜਾ ਸੰਕਟ ਦਾ, ਦੁਫੇੜ ਦੇ ਸੰਕਟ ਦਾ ਸਮਾਂ ਆਇਆ, ਉਹ PPP ਵੇਲੇ ਘਰ ਦੇ ਭੇਤੀ ਵੱਲੋਂ ਜਿਹੜਾ ਮਨਪ੍ਰੀਤ ਸਿੰਘ ਬਾਦਲ ਵੱਲੋਂ ਆਇਆ। ਤੀਜੀ ਵਾਰ ਜਿਹੜੀ ਇਹ ਹੁਣ ਵੱਡੀ ਆਪਾਂ ਫੁੱਟ ਕਹਿ ਸਕਦੇ ਹਾਂ ਅਕਾਲੀ ਦਲ ਦੇ ਵਿੱਚ ਪਈ ਹੈ, ਜਿਹਨੂੰ ਲੈ ਕੇ ਨਵੇਂ ਅਕਾਲੀ ਦਲ ਬਣ ਰਹੇ ਨੇ, ਨਵੇਂ ਤਜਰਬੇ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਪੰਥਕ ਸਿਆਸਤ ਦੇ ਵਿੱਚ। ਪਰ ਹਰ ਵਾਰ ਵੱਡਾ ਲੀਡਰ, ਚੋਟੀ ਦਾ ਲੀਡਰ ਕੇਂਦਰ ਦੇ ਵਿੱਚ, ਕੇਂਦਰ ਵਾਸਤੇ ਜੋ ਲੀਡਰ ਪੰਜਾਬ ਦਾ ਏਲੀਅਨ ਨਾ ਹੋਵੇ, ਉਸ ਤਰ੍ਹਾਂ ਦੇ ਲੀਡਰ ਦੀ ਜਿਹੜੀ ਹੈਗੀ ਅਣਹੋਂਦ ਰਹੀ ਹੈ। ਮਨਪ੍ਰੀਤ ਸਿੰਘ ਬਾਦਲ ਦਾ ਪੰਜਾਬ ਦੀ ਸਿਆਸਤ ਵਿੱਚ ਬਹੁਤ ਵੱਡਾ ਨਾਮ ਰਿਹਾ, ਐਸੀ ਗੱਲ ਨਹੀਂ, ਪਰ ਕੇਂਦਰ ਚ ਨਹੀਂ, ਕੇਂਦਰ ਦੇ ਵਿੱਚ ਉਹਨਾਂ ਦਾ, ਕਿਉਂਕਿ ਉਹ ਇੱਕ ਤਾਂ ਵੈਸੇ ਵੀ ਅੰਤਰਮੁਖੀ ਨੇ, ਤੇ ਦੂਜਾ ਜਿਹੜਾ ਕੇਂਦਰ ਦੇ ਵਿੱਚ ਉਸ ਵਕਤ ਇਹਨਾਂ ਦਾ ਪਲੜਾ ਬਹੁਤ ਭਾਰੀ ਰਿਹਾ। ਪਰ ਹੁਣ ਜਿਹੜੀ ਟੱਕਰ ਸੁਖਦੇਵ ਸਿੰਘ ਢੀਂਡਸਾ ਦੇ ਨਜ਼ਾਰੇ ਨੇ, ਚਾਹੇ ਸੱਚਾ ਹੈ ਚਾਹੇ ਝੂਠਾ ਹੈ, ਜੇਕਰ ਇਹਨਾਂ ਦੇ ਪਿੱਛੇ ਭਾਰਤੀ ਜਨਤਾ ਪਾਰਟੀ ਦਾ ਅੱਧਾ ਪਚੱਧਾ ਵੀ ਹੱਥ ਹੈ ਤਾਂ ਇਹ ਵੱਡਾ ਸੰਕਟ ਖੜਾ ਕਰ ਸਕਦੇ ਨੇ ਸਿਆਸੀ ਤੌਰ ਦੇ ਉੱਤੇ, ਕਿਉਂਕਿ ਇਹ ਜੱਟ ਵੀ ਨੇ, ਮਲਵਈ ਨੇ। ਤੇ ਤੀਜੀ ਗੱਲ ਜਿਹੜੀ ਆਪਾਂ ਕਹਿੰਦੇ ਆ ਕਿ ਇਹ ਮਾਲਵਾ ਦੇ ਕੇਂਦਰ 'ਚ ਵੀ ਬੈਠੇ ਨੇ, ਅੱਧ 'ਚ ਬੈਠੇ ਸੰਗਰੂਰ ਕੇਂਦਰ 'ਚ ਵੀ ਬੈਠੇ ਨੇ। ਤੇ ਨਹੀਂ, ਮਲਵਈ ਦਾ ਕਹਿਣ ਦਾ ਮਤਲਬ ਮੇਰਾ ਇਹ ਰਿਹਾ ਕਿ ਮਾਲਵਾ ਜਿਹੜਾ ਪੰਜਾਬ ਦੀ ਜਿਹੜੀ ਸੱਤਾ ਹੈ ਉਹਦਾ
ਫੈਸਲਾਕੁਨ ਸਾਬਤ ਹੁੰਦਾ ਆ। ਪੰਜਾਬ ਦੀ ਜਦੋਂ ਵੀ ਸਿਆਸਤ ਨੇ ਪਲਟੀ ਮਾਰੀ ਹੈ, ਚਾਹੇ ਆਮ ਆਦਮੀ ਪਾਰਟੀ ਦੇ ਸਭ ਤੋਂ ਵੱਧ ਜਿੱਤੇ ਨੇ ਜਾਂ ਆਮ ਆਦਮੀ ਪਾਰਟੀ ਦੀ ਭਾਵੇਂ ਕਿਸੇ ਵੇਲੇ CPI CPM ਦੀ ਹਵਾ ਵੱਗੀ ਹੈ ਤਾਂ ਮਾਲਵੇ ਦੀ ਵੱਗੀ ਹੈ। ਹਾਲੇ ਕਦੇ ਵੀ ਜਿਹੜਾ ਮਾਝਾ ਤੇ ਦੁਆਬਾ, ਕਿਉਂਕਿ ਸੀਟਾਂ ਦੀ ਗਿਣਤੀ ਵੀ ਘੱਟ ਹੈ ਤੇ ਉਹਨਾਂ ਦੇ ਕਦੇ ਫੈਸਲਾਕੁਨ ਜਿਹੜਾ ਰੋਲ ਨਹੀਂ ਨਿਭਾ ਸਕੇ ਜਿੰਨਾ ਮਾਲਵਾ ਕੀਤਾ ਫੈਸਲਾਕੁਨ ਰੋਲ ਨਿਭਾਉਂਦਾ ਹੈ। ਜਿਹੜਾ ਫੈਸਲਾਕੁਨ ਰੋਲ, ਹਾਲਾਂਕਿ ਲੋਕ ਕਹਿ ਰਹੇ ਹੋਣਗੇ, ਬਹੁਤ ਸਾਰੇ ਲੋਕ ਇਤਫਾਕ ਨਹੀਂ ਰੱਖਣਗੇ ਇਸ ਗੱਲ ਨਾਲ ਕਿ ਜਿਹੜੀਆਂ ਪਿਛਲੀਆਂ ਚੋਣਾਂ ਦੇ ਵਿੱਚ ਕਾਂਗਰਸ ਨੂੰ ਮਾਝੇ ਤੇ ਦੁਆਬੇ ਦੇ ਵਿੱਚ ਲੀਡ ਮਿਲੀ ਜ਼ਿਆਦਾ ਹੈ, ਪਰ ਅਗਰ ਦੂਜੇ ਪਾਸੋਂ ਦੇਖੀਏ ਤਾਂ ਆਮ ਆਦਮੀ ਪਾਰਟੀ ਜਿਹੜੀ 100 ਤੋਂ ਵੱਧ ਸੀਟਾਂ ਜਿੱਤਣ ਦੀ ਤਿਆਰੀ ਕਰੀ ਬੈਠੀ ਸੀ ਤੇ ਪੂਰੀ ਵੇਵ ਸੀ, ਉਹਦੀ ਪਿੱਠ ਵੀ ਜਿਹੜੀ ਫਿਰ ਮਾਲਵੇ ਨਹੀਂ ਲਵਾਈ ਹੈ ਜੀ। ਮਾਲਵੇ ਦੇ ਵਿੱਚ ਹੀ ਜਿਹੜਾ ਉਹਨਾਂ ਉੱਥੇ ਜਿਹੜਾ ਅਕਾਲੀ ਦਲ ਦਾ ਜਿਹੜਾ ਗੜ੍ਹ ਸੀਗਾ, ਖਾਸ ਕਰ ਬਾਦਲਾਂ ਦੀ ਸੀਟਾਂ ਸੀਗੀਆਂ, ਨਿੱਜੀ ਸੀਟਾਂ ਸੀਗੀਆਂ, ਮੁੜ ਕੇ ਲੋਕ ਸਭਾ ਦੀ ਬਠਿੰਡਾ ਸੀਟ ਹੈ ਜਿੱਥੇ ਆਮ ਆਦਮੀ ਪਾਰਟੀ ਪੈਰ ਪਸਾਰ ਕੇ ਬਹਿ ਗਈ ਸੀ, ਉੱਥੇ ਤੀਜੇ ਨੰਬਰ ਤੇ ਆਏ ਹੋਏ ਬਾਦਲ ਅਕਾਲੀ ਦਲ ਨੇ ਉਹਨੂੰ ਜ਼ਮਾਨਤ ਜ਼ਬਤ ਪਾਰਟੀ ਬਣਾਤਾ। ਸੋ ਮਾਲਵੇ ਜੀ ਹੀ ਉਲਟ ਫੇਰ ਹੋਏ ਨੇ। ਇਸ ਕਰਕੇ ਮੈਂ ਮਲਵਈ ਜਿਹੜਾ ਜੋੜਿਆ ਸੁਖਦੇਵ ਸਿੰਘ ਢੀਂਡਸਾ ਨਾਲ, ਇਹ ਕੋਈ ਆਪਾਂ ਉਸਤਤ ਨਹੀਂ ਕਰ ਰਹੇ ਸੁਖਦੇਵ ਸਿੰਘ ਢੀਂਡਸਾ ਦੀ, ਪਰ ਜੇਕਰ ਇਹ ਪੈਰਾਮੀਟਰ ਜਿਹੜੇ ਹੁਣ ਤੱਕ ਪੰਜਾਬ ਦੇ ਵਿੱਚ ਅਜਮਾਏ ਜਾਂਦੇ ਰਹੇ ਨੇ ਸਿਆਸਤ ਦੇ ਵਿੱਚ, ਜੇਕਰ ਉਹਨਾਂ ਦੀ ਗੱਲ ਕਰੀਏ ਤਾਂ ਸੁਖਦੇਵ ਸਿੰਘ ਢੀਂਡਸਾ ਵੱਡੇ ਪਾਏਦਾਰ ਨੇਤਾ ਨੇ ਵਿਦਿਨ ਦਾ ਅਕਾਲੀ ਟਰਫ। ਜਿਹੜੀ ਥਾਂ ਕਹਿੰਦੇ ਕੈਪਟਨ ਕਮਲਜੀਤ ਸਿੰਘ ਸੀ ਕਿ ਜਦੋਂ ਉਹ ਵੱਡਾ ਖਤਰਾ ਸੀਗੇ, ਵੱਡੇ ਸਟੇਟਸਮੈਨ ਸੀਗੇ ਅਕਾਲੀ ਦਲ ਦੇ, ਤਾਂ ਉਸ ਥਾਂ ਤੋਂ ਦੇ ਬਰਾਬਰ ਦੀ ਧਿਰ ਜਿਹੜੀ ਨੇ ਸੁਖਦੇਵ ਸਿੰਘ ਢੀਂਡਸਾ ਨੇ, ਨੰਬਰ 1। ਦੂਜੀ ਗੱਲ, ਉਹਨਾਂ ਦਾ ਬੇਟਾ ਸਾਬਕਾ ਵਿੱਤ ਮੰਤਰੀ ਰਿਹਾ ਤੇ ਉਹ ਨੌਜਵਾਨ ਹੈ ਹਾਲ ਦੀ ਘੜੀ। ਤੇ ਤੀਜੀ ਗੱਲ ਜਿਹੜੀ ਹੈ, ਜਿੰਨੀ ਸਮੁੱਚੀ ਉਹ ਨਾਰਾਜ਼ ਲੀਡਰਸ਼ਿਪ ਸੀ, ਚਾਹੇ ਜਗਵਿੰਦਰ ਸਿੰਘ ਹੈ, ਚਾਹੇ ਬੱਬੀ ਬਾਦਲ ਹੈ, ਚਾਹੇ ਰਾਮੂ ਵਾਲੀਆ ਨੇ, ਚਾਹੇ ਹੋਰ ਵੀ ਕਿੰਨੇ ਨੇਤਾ ਨੇ, ਤੇਜਿੰਦਰਪਾਲ ਸਿੰਘ ਸੰਧੂ ਜਿਹੜੇ ਪਟਿਆਲੇ ਵਾਲੇ ਜਿਹੜੇ ਨੇ, ਉਹ ਪਹਿਲਾਂ ਅਕਾਲੀ ਦਲ ਤੋਂ ਕਾਂਗਰਸ ਗਏ, ਕਾਂਗਰਸ ਤੋਂ ਹੁਣ ਦੁਬਾਰਾ ਇੱਧਰ ਆਏ ਨੇ, ਉਹਨਾਂ ਨੇ ਵਾਪਸ ਬਾਦਲ ਦੇ ਨਾਲ ਜਾਣ ਦੀ ਨੂੰ ਤਰਜੀਹ ਦੇਣ ਦੀ ਬਜਾਏ ਢੀਂਡਸਾ ਦੇ ਵਿੱਚ ਉਮੀਦ ਨਜ਼ਰ ਆਈ ਹੈ ਅਕਾਲੀ ਕਾਡਰ ਨੂੰ ਕਿ ਇਹ ਬੰਦਾ ਕੇਂਦਰ ਦੇ ਵਿੱਚ ਜਿਹੜਾ ਹੈਗਾ ਥੋੜਾ ਆਪਣਾ ਬੇਸ ਬਣਾਇਆ ਹੁਣ ਸਦਕਾ, ਇਹ ਭਵਿੱਖ ਵਿੱਚ ਭਾਵੇਂ ਗਠਜੋੜ ਦੀ ਰਾਜਨੀਤੀ ਹੋਏ, ਭਾਵੇਂ ਪੰਜਾਬ ਦੇ ਵਿੱਚ ਅਕਾਲੀ ਦਲ ਬਾਦਲ ਦੇ ਬਦਲ ਦੀ ਜਾਂ ਕਾਂਗਰਸ ਦੇ ਬਦਲ ਦੀ ਗੱਲ ਹੋਏ, ਤਾਂ ਕਿਤੇ ਨਾ ਕਿਤੇ ਇਹ ਟਕਸਾਲੀ ਆਗੂ ਜਿਹੜੇ, ਇੱਕ ਤਾਂ ਉਮਰ ਕਾਫੀ ਹੋ ਚੁੱਕੀ ਹੈ, ਹਾਲਾਂਕਿ ਸੁਖਦੇਵ ਸਿੰਘ ਢੀਂਡਸਾ ਦੀ ਵੀ ਉਮਰ ਕਾਫੀ ਹੈ, ਪਰ ਉਹ ਜਿਸਮਾਨੀ ਤੌਰ ਦੇ ਉੱਤੇ ਸਜੀਵ ਨੇ ਥੋੜਾ ਜੀ। ਸੋ ਉਸ ਨਜ਼ਰੀਏ ਤੋਂ ਸੁਖਦੇਵ ਸਿੰਘ ਢੀਂਡਸਾ ਇੱਕ ਪਾਏਦਾਰ ਜਿਹੜਾ ਚੁਣੌਤੀ ਇੱਕ ਮੰਨੀ ਜਾ ਸਕਦੀ ਹੈ ਅਕਾਲੀ ਦਲ ਲਈ, ਪਰ ਉਹਨਾਂ ਨੂੰ ਸਮਾਂ ਰਹਿੰਦਿਆਂ ਹੀ, ਚਾਹੇ ਬ੍ਰਹਮਪੁਰਾ ਅਲੱਗ ਸਭ ਤੋਂ ਵੱਡੀ ਗੱਲ ਹੈ ਜੀ ਉਹ ਕੜਵਾਹਟ ਦੂਰ ਕਰ ਲੈਣੀ ਚਾਹੀਦੀ ਹੈ। ਇਹ ਨਾ ਹੋਵੇ ਕਿ ਕਹਿਣ ਵਾਲਾ ਇਹ ਕਹੇ ਕਿ ਜਾਂ ਤਾਂ ਇਹ ਬਾਦਲਕਿਆਂ ਦੇ ਨਾਲ ਰਲ ਕੇ ਜਿਹੜਾ ਹੈਗਾ ਪਾੜ ਪਾ ਗਏ, ਜਾਂ ਫਿਰ ਉਹ ਪਾੜ ਪਾ ਗਏ ਬਾਦਲਕਿਆਂ ਨਾਲ ਰਲ ਕੇ। ਜੀ। ਸੋ ਕਹਿਣ ਤੋਂ ਭਾਵ ਵੀ ਨਾਲੇ ਦੂਜੀਆਂ ਗੱਲਾਂ ਇਹ ਨੇ ਕਿ ਦੇਖੋ ਹੁਣ ਆਪਾਂ ਮਾਲਵਾ ਹੀ ਕਰੀ ਜਾਂਦੇ, ਆਮ ਆਦਮੀ ਪਾਰਟੀ ਨੇ ਵੀ ਮਾਲਵਾ ਕਰਦੇ ਨੇ, ਕੀ ਕਹਿੰਦੇ ਮਾਝਾ ਖਾਲੀ ਛੱਡਤਾ ਤੇ ਰਗੜਾ ਤਾਂ ਉੱਥੋਂ ਹੀ ਫਿਰ ਗਿਆ। ਕਿਉਂਕਿ ਦੇਖੋ ਅਕਾਲੀ ਦਲ ਜੇਕਰ ਆਪਾਂ ਸਟਰੋਂਗ ਗਿਣੀਏ ਤਾਂ ਸਿੱਧੀ ਗੱਲ ਹੈ ਕਿ ਮਾਲਵਾ ਤੇ ਮਾਝਾ ਦੋ ਏਰੀਏ ਨੇ ਜਿੱਥੇ ਅਕਾਲੀ ਦਲ ਹਮੇਸ਼ਾ ਸਟਰੋਂਗ ਰਿਹਾ ਵੇ। ਮਾਝੇ ਦੀ ਮੈਂ ਗੱਲ ਕਰਦਾ, ਮਾਝੇ ਦੀ ਜੋ ਸਿਆਸਤ ਹੈ ਜੀ, ਮਾਝੇ ਦੀ ਸਿਆਸਤ ਕਦੇ ਵੀ ਨਵੀਂ ਧਿਰ ਨੂੰ ਨਹੀਂ ਅਜਮਾਉਂਦੀ। ਮਾਝਾ ਜਿਹੜਾ ਹੈਗਾ ਪੱਕਾ ਸਿੱਕਾ ਦੇਖਦਾ, ਜਾਂ ਉਹ ਕਾਂਗਰਸੀਆਂ ਵੱਲ ਭੁਗਤ ਜਾਏਗਾ ਜਾਂ ਉਹ ਅਕਾਲੀ ਦਲ ਵੱਲ ਭੁਗਤ ਜਾਏਗਾ। ਉਹ ਕਦੇ CPI ਨੂੰ ਨਹੀਂ ਜਿਹੜਾ ਟੈਸਟ ਕਰਨ ਦੀ ਕੋਸ਼ਿਸ਼ ਕਰੇਗਾ, ਕਦੇ ਉਹ ਆਮ ਆਦਮੀ ਨੂੰ ਨਹੀਂ ਟੈਸਟ ਕਰਨ ਦੀ ਕੋਸ਼ਿਸ਼ ਕਰੇਗਾ। ਤੇ ਦੁਆਬੇ ਦੇ ਵਿੱਚ ਦਲਿਤ ਜਿਹੜੀ ਰਾਜਨੀਤੀ ਭਾਰੂ ਹੋਣ ਕਰਕੇ ਉਹ ਦਲਿਤ ਵੋਟ ਅੰਤ ਵਿੱਚ ਜਾ ਕੇ ਫੈਸਲਾ ਕਰਦੀ ਹੈ ਕਿ ਉਹਨੇ ਕਿੱਧਰ ਜਾਣਾ। ਉਹ ਅਨਪ੍ਰੈਡਿਕਟੇਬਲ ਹੈ। ਅਨਪ੍ਰੈਡਿਕਟੇਬਲ ਹੋਣ ਸਦਕਾ ਸਿਆਸੀ ਤੌਰ ਦੇ ਉੱਤੇ ਦੁਆਬੇ ਨੂੰ ਇੰਨੀ ਸੰਜੀਦਗੀ ਨਾਲ ਨਹੀਂ ਲਿਆ ਜਾਂਦਾ ਪੰਜਾਬ ਦੀ ਸਿਆਸਤ ਦੇ ਵਿੱਚ। ਜਿਹੜਾ ਮਾਝਾ ਪ੍ਰੈਡਿਕਟੇਬਲ ਹੈ, ਸੋ ਮਾਝੇ 'ਚ ਨਵੀਂ ਧਿਰ ਜਾ ਕੇ ਪੰਗਾ ਲੈਣ ਤੋਂ ਗੁਰੇਜ਼ ਕਰਦੀ ਹੈ ਜੀ। ਮਾਲਵਾ ਇਸ ਕਰਕੇ ਪ੍ਰੈਡਿਕਟੇਬਲ ਹੈ, ਇੱਕ ਤਾਂ ਜਿਓਗ੍ਰਾਫੀਕਲੀ ਸੀਟਾਂ ਨੇ, ਤੇ ਦੂਜਾ ਮਾਲਵਾ ਜਿਹੜਾ ਹੈਗਾ ਬੜੀ ਜਲਦੀ ਜਿਹੜਾ ਉਸ ਨਵੀਂ ਚੀਜ਼ ਨੂੰ ਜਿਹੜਾ ਇੱਕ ਵਾਰ ਪਰਖਣ ਦੀ ਕੋਸ਼ਿਸ਼ ਕਰਦਾ ਹੈ ਜੀ। ਸੋ ਇੱਥੇ ਇਹ ਟੈਸਟ ਗਰਾਊਂਡ ਬਣ ਜਾਂਦਾ ਮਾਲਵਾ ਫਿਰ ਨਵੀਂ ਧਿਰ ਵਾਸਤੇ। ਸੋ ਇਸੇ ਕਰਕੇ ਇਹਨਾਂ ਨੇ ਵੀ ਪਹਿਲੀ ਰੈਲੀ ਸੰਗਰੂਰ 'ਚ ਹੀ ਰੱਖੀ ਸੀ ਨਾ ਜੀ, ਜਿਹਦਾ ਹਵਾਲਾ ਦੇ ਕੇ ਅੱਜ ਸੁਖਦੇਵ ਸਿੰਘ ਢੀਂਡਸਾ ਨੇ ਕਿਹਾ ਹੈ ਕਿ ਇਹ ਸਾਡਾ ਅਕਾਲੀ ਦਲ ਅਸਲੀ ਹੈ। ਸੁਖਬੀਰ ਸਿੰਘ ਬਾਦਲ ਗੈਰ ਜਮਹੂਰੀ ਤਰੀਕੇ ਨਾਲ ਪ੍ਰਧਾਨ ਬਣੇ ਸਨ ਤੇ ਉਹਨਾਂ ਨੂੰ ਅਸੀਂ ਹਟਾਤਾ ਸੀਗਾ ਸੰਗਰੂਰ ਦੀ ਰੈਲੀ 'ਚ।
ਕੁੱਲ ਮਿਲਾ ਕੇ ਜਿਹੜੇ ਪਰਖ ਹੁੰਦੀ ਹੈ, ਜਦੋਂ ਦੇਖੋ ਤੁਹਾਨੂੰ ਯਾਦ ਹੋਏਗਾ ਜਦੋਂ ਅਕਾਲੀ ਦਲ ਨੇ 2002 ਚ ਹਾਰੀ ਅਕਾਲੀ ਦਲ, 2002 ਤੋਂ ਬਾਅਦ ਫਿਰ ਇਹਨਾਂ ਨੇ 2005 ਦੀਆਂ ਲੋਕ ਸਭਾ ਚੋਣਾਂ ਲੜਨੀਆਂ ਸੀ। ਤਾਂ 2005 ਦੀਆਂ ਲੋਕ ਸਭਾ ਚੋਣਾਂ ਤੋਂ ਪਹਿਲਾਂ ਇਹਨਾਂ ਨੇ ਕੀਤੀ ਸੀ ਭਲਿਆਣ ਰੈਲੀ ਲੁਧਿਆਣੇ ਦੇ ਕੋਲ। ਉਸ ਤੋਂ ਪਹਿਲਾਂ 97 ਵਾਲੀ ਜਦੋਂ ਸਰਕਾਰ ਬਣਾਈ ਉਹਨਾਂ ਦਿਨਾਂ ਚ ਇਹਨਾਂ ਨੇ ਕੀਤੀ ਸੀ ਮੋਗਾ ਰੈਲੀ। ਬਿਲਕੁਲ। ਉਦੋਂ ਬਾਅਦ ਫਿਰ ਮਾਲਵੇ ਦੇ ਵਿੱਚ ਜਿਹੜਾ ਇਹ ਨਾ, ਮਾਲਵੇ ਦੇ ਵਿੱਚ ਹੀ ਟੈਸਟ ਕੀਤਾ ਜਾਂਦਾ ਕਿ ਤਾਪਮਾਨ ਕਿੱਥੇ ਖੜਾ। ਜੀ ਬਿਲਕੁਲ। ਸੋ ਇਸ ਕਰਕੇ ਮਾਲਵੇ ਦਾ ਜਿਹੜਾ ਇਹ ਰਾਜਨੀਤਿਕ ਵਿਸ਼ਲੇਸ਼ਣ ਹੈ, ਇਹਨੂੰ ਸਮਝਣਾ, ਇਸ ਦੇ ਆਧਾਰ ਦੇ ਉੱਤੇ ਫਿਰ ਅੱਗੇ ਦੀ ਜਿਹੜੀ ਭਵਿੱਖਬਾਣੀ ਕਰਨਾ ਜਿਹੜਾ ਹੈਗਾ ਉਹ ਬਹੁਤ ਜ਼ਿਆਦਾ ਜ਼ਰੂਰੀ ਹੋ ਜਾਂਦਾ ਹੈ। ਜੀ ਬਹੁਤ ਧੰਨਵਾਦ ਅਨਿਲ ਜੀ, ਤੁਹਾਡਾ ਸ਼ੁਕਰੀਆ ਵਿਸ਼ਲੇਸ਼ਣ ਦੇ ਲਈ। ਥੈਂਕ ਯੂ ਜੀ। ਸੋ ਇਹ ਵਿਸ਼ਲੇਸ਼ਣ ਤੁਹਾਨੂੰ ਕਿਸ ਤਰ੍ਹਾਂ ਲੱਗਿਆ, ਸਾਨੂੰ ਕਮੈਂਟਸ ਚਾਹੀਦੇ ਹੋਣਗੇ, ਅਤੇ ਤੁਸੀਂ YouTube ਦੇ ਉੱਤੇ ਵਿਸ਼ਲੇਸ਼ਣ ਜਿਹੜਾ ਜਾਂ ਸਾਰਾ ਤਮਾਮ ਤੁਹਾਨੂੰ ਸੁਣਨ ਨੂੰ ਮਿਲੇਗਾ। ਸੋ ਸਿੱਧੂ ਟਰੱਕ ਲਾਈਨ ਬੇਕਰਸਫੀਲਡ ਨੂੰ ਜੀ ਸੋਲੋ ਤੇ ਟੀਮ ਡਰਾਈਵਰ ਚਾਹੀਦੇ ਨੇ, ਅਤੇ ਤੁਸੀਂ ਸੰਪਰਕ ਕਰ ਸਕਦੇ ਹੋ 6616671188 ਤੇ ਕੁਲਵੰਤ ਸਿੰਘ ਸਿੱਧੂ ਹੋਰਾਂ ਦੇ ਨਾਲ। ਇਸ ਤੋਂ ਇਲਾਵਾ ਕੋਈ ਵੀ ਵੀਰ ਜਿਹੜਾ ਹੈਗਾ ਉੱਥੇ ਆਫ ਆਵਰਸ ਕੰਮ ਕਰਨਾ ਚਾਹੁੰਦਾ ਹੈ, ਇਕੱਲਾ ਹੈ ਅਤੇ ਆਲਰਾਊਂਡਰ ਟਾਈਪ ਹੋਵੇ, ਤੇਲ ਬਦਲ ਦੇ, ਟਾਇਰ ਟੂਰ ਚੜ੍ਹਾ ਦੇ, ਟਾਇਰ ਬਦਲ ਦੇ, ਜਾਂ ਛੋਟਾ ਮੋਟਾ ਹੋਰ ਰਿਪੇਅਰ ਦਾ ਕੰਮ ਹੈ ਵੀ ਗੱਡੀ ਵੇਲੇ ਕੁ ਵੇਲੇ ਆ ਗਈ ਅਤੇ ਉਹਦਾ ਕੰਮ ਕਰਕੇ ਸਵੇਰ ਨੂੰ ਟਿਚ ਕਰ ਦੇ। ਸੋ ਉਹਦੇ ਲਈ ਆਲਰਾਊਂਡਰ ਇੱਕ ਬੰਦਾ ਚਾਹੀਦਾ ਜੀ, ਅਤੇ ਉਹ ਵੀ ਸੰਪਰਕ ਕਰ ਸਕਦਾ ਸਿੱਧੂ ਸਾਹਿਬ ਨੂੰ 6616671188। ਓਏ ਮੇਰੇ ਵੀਰ, ਮੈਨੂੰ ਬਸ ਇੱਕ ਗੱਲ ਦੱਸ ਦੇ ਵੀ ਆ ਜਿਹੜੀ ਤੂੰ ਟਰੈਵਲਿੰਗ ਕਰਦਾ ਤੇ ਉਹਦੇ ਤੋਂ ਬਾਅਦ ਫਰੈਸ਼ ਰਹਿਣਾ, ਇਹਦਾ ਰਾਜ਼ ਕੀ ਹੈ? ਇਹਦਾ ਰਾਜ਼ ਹੈ ਅਰਲਿੰਗਟਨ ਫਿਊਲ ਸਟਾਪ। ਅਰਲਿੰਗਟਨ ਫਿਊਲ ਸਟਾਪ 1801 ਪਾਇਨੀਅਰ ਸਟਰੀਟ ਹਾਈਵੇ ਐਗਜ਼ਿਟ 208 ਤੇ, ਜਿੱਥੇ ਤੁਹਾਨੂੰ ਫ੍ਰੀ ਕਾਫੀ, ਫ੍ਰੀ ਫੈਕਸ ਸਰਵਿਸ, ਫ੍ਰੀ ਟਰੱਕ ਪਾਰਕਿੰਗ, ਰੋਟੀ, ਠੇਕਾ, ਲਾਂਡਰੀ, ਸ਼ਾਵਰ ਤੇ ਟਰੱਕਾਂ ਦਾ ਹੋਰ ਵੀ ਸਾਮਾਨ ਆਸਾਨੀ ਨਾਲ ਮਿਲੇਗਾ। ਹੁਣੇ ਕਾਲ ਕਰੋ 360 652 6066 ਯਾਨੀ 3606526066। ਇਹ ਦੋ ਲੋਕੇਸ਼ਨਾਂ ਤੋਂ ਸੇਵਾਵਾਂ ਪ੍ਰਦਾਨ ਕਰਦੇ ਨੇ। ਸੈਕਿੰਡ ਲੋਕੇਸ਼ਨ ਲੌਸਟ ਹਿਲ ਟਰੈਵਲ ਸੈਂਟਰ 14814 ਐਲੋਮ ਸਟਰੀਟ, ਲੌਸਟ ਹਿਲਸ। ਫੋਨ ਨੰਬਰ 661 797 2354। PGI ਚੰਡੀਗੜ੍ਹ ਅਤੇ ਮੈਕਸ ਹਸਪਤਾਲ ਬਠਿੰਡਾ ਦੇ ਮਾਨਸਿਕ ਰੋਗਾਂ ਅਤੇ ਨਸ਼ਾ ਛੁਡਾਉਣ ਦੇ ਮਾਹਿਰ ਡਾਕਟਰ ਸਤੀਸ਼ ਥਾਪਰ ਹੁਣ ਆਪਣੇ ਕਲੀਨਿਕ ਵਿੱਚ ਹਰ ਰੋਜ਼ ਸਵੇਰੇ 9 ਵਜੇ ਤੋਂ 12 ਵਜੇ ਤੱਕ ਅਤੇ ਫਿਰ 2 ਵਜੇ ਤੋਂ ਲੈ ਕੇ ਸ਼ਾਮ 7 ਵਜੇ ਤੱਕ ਸਲਾਹ ਲਈ ਮਿਲਣਗੇ। ਪਤਾ ਨੋਟ ਕਰ ਲਓ, ਡਾਕਟਰ ਸਤੀਸ਼ ਥਾਪਰ, ਇੰਟੀਗ੍ਰੇਟਿਵ ਸਾਈਕੈਟ੍ਰਿਕ ਕੇਅਰ, ਸਾਹਮਣੇ ਗੁਰਦੁਆਰਾ ਸਾਹਿਬ, ਨਾਮਦੇਵ ਰੋਡ, ਬਠਿੰਡਾ। ਸੰਪਰਕ ਨੰਬਰ 9814 32345 ਯਾਨੀ ਕਿ 9814232345। ਟਰੱਕਿੰਗ ਵਾਲੇ ਵੀਰੋ ਧਿਆਨ ਨਾਲ ਸੁਣੋ, ਟਰੱਕ ਜਿੱਦਾਂ ਦਾ ਵੀ ਚਲਾਉਣੇ ਹੋ, ਮੈਨੂਅਲ ਜਾਂ ਆਟੋਮੈਟਿਕ, ਕੁਇਕ ਟਰੱਕ ਲਿਊਬ ਚੇਤੇ ਆਹੀ ਨਾ ਰੱਖਿਓ। ਟਰੱਕ ਦੀ ਵਧੀਆ ਸਰਵਿਸ ਲਈ ਕੁਇਕ ਟਰੱਕ ਲਿਊਬ। ਲਓ ਜੀ, ਤੀਜੀ ਲੋਕੇਸ਼ਨ ਵੀ ਖੋਲਤੀ ਆ, ਐਗਜ਼ਿਟ 579 ਫਰਮ ਹਾਈਵੇ 401 ਇਨ ਨਾਪਨੀ। ਆਹੋ ਜੀ, ਕੋਈ ਅਪਾਇੰਟਮੈਂਟ ਨਹੀਂ, ਡਰਾਈਵ ਥਰੂ ਫੈਸਿਲਿਟੀ। ਐਗਜ਼ਿਟ 579 ਫਰਮ ਹਾਈਵੇ 401 ਇਨ ਨਾਪਨੀ। ਕੁਇਕ ਟਰੱਕ ਲਿਊਬ, ਦ ਵਨ ਸਟਾਪ ਸ਼ਾਪ। 5196220660 ਜਾਂ quicktrucklube.com। QTL, because we care. Quick Truck Lube। ਬੇਕਰਸਫੀਲਡ ਵਿਖੇ ਯੂਨੀਅਨ ਅਤੇ ਪਲਾਨਸ ਰੋਡ ਦੇ ਕਾਰਨਰ ਤੇ ਖੁੱਲ ਗਿਆ ਹੈ ਨਵਾਂ ਟਰੱਕ ਸਟਾਪ ਯੂਨੀਅਨ ਵਿਲੇਜ, ਜਿੱਥੇ ਮਿਲਦਾ ਹੈ ਵਧੀਆ ਗੈਸ ਅਤੇ ਬਿਨਾ ਬਾਇਓ ਡੀਜ਼ਲ ਦੇ ਵਧੀਆ ਤੇ ਸਸਤਾ ਡੀਜ਼ਲ। ਹਰ ਤਰ੍ਹਾਂ ਦੀ ਗਰੋਸਰੀ, ਚਾਈਨੀਜ਼ ਅਤੇ ਇੰਡੀਅਨ ਰੈਸਟੋਰੈਂਟ, ਜਿੱਥੇ ਮਿਲੇਗਾ ਵਧੀਆ ਖਾਣਾ। 2 ਪਰੌਂਠੇ ਸਿਰਫ 499 ਚ। ਟਰੱਕ ਡਰਾਈਵਰ ਵੀਰਾਂ ਲਈ ਟੂ ਗੋ ਅਤੇ ਬੈਠ ਕੇ ਖਾਣ ਲਈ ਵਧੀਆ ਜਗ੍ਹਾ। ਨਵੇਂ ਅਤੇ ਪੁਰਾਣੇ ਟਾਇਰਾਂ ਲਈ ਅਤੇ ਟਰੱਕਾਂ ਦੀ ਮਾਈਨਰ ਰਿਪੇਅਰ ਲਈ ਅੱਜ ਹੀ ਕਾਲ ਕਰੋ ਸੁਖੀ ਘੁੰਮਣ 661885 8858 661 885 8858। एड्रेस 2201 साउथ यूनियन एवेन्यू, बेकर्सफील्ड, कैलिफोर्निया 93307। यूनियन विलेज। JB Truck Repair, Yuba City, Certified Cummins, Detroit Freightliner, Western Star, Volvo, Caterpillar ਅਤੇ Series 60 ਇੰਜਨਸ, ਇੰਟਰਨੈਸ਼ਨਲ ਅਤੇ ਆਟੋਮੈਟਿਕ ਟਰਾਂਸਮਿਸ਼ਨਸ। 5 ਸਾਲ ਦਾ ਫ੍ਰੇਟਲਾਈਨ ਡੀਲਰਸ਼ਿਪ ਦਾ ਐਕਸਪੀਰੀਅੰਸ। ਇਹ ਇੰਜਨ, ਟਰੱਕ, ਟ੍ਰੇਲਰ, AC, ਇਲੈਕਟ੍ਰੀਕਲ, DPF, DEF ਰਿਪੇਅਰ ਕਰਦੇ ਹਨ। ਟਰਾਂਸਮਿਸ਼ਨ, ਰੀਅਰ ਐਂਡ, ਬ੍ਰੇਕਸ, ਆਇਲ ਚੇਂਜ ਕਰ ਦਿੰਦੇ ਹਨ। ਸਰਟੀਫਾਈਡ 90 ਡੇ DOT ਇੰਸਪੈਕਸ਼ਨ ਅਤੇ ਸਰਟੀਫਾਈਡ ਐਨੂਅਲ ਫੈਡਰਲ DOT ਇੰਸਪੈਕਸ਼ਨ
ਇੰਸਪੈਕਸ਼ਨ ਕਰਦੇ ਹਨ। 100 ਮਾਈਲ ਦੇ ਰੇਡੀਅਸ ਵਿੱਚ ਰੋਡ ਅਸਿਸਟੈਂਸ 24/7। ਨਵੇਂ ਕਸਟਮਰਸ ਲਈ 10% ਡਿਸਕਾਊਂਟ। ਹਫਤੇ ਦੇ 7 ਦਿਨ ਸਵੇਰੇ 7 ਤੋਂ ਸ਼ਾਮੀ 7 ਵਜੇ ਤੱਕ ਖੁੱਲੇ ਰਹਿੰਦੇ ਹਨ। ਹੋਰ ਜਾਣਕਾਰੀ ਲਈ ਕਾਲ ਜਗਰੂਪ ਬੋਇਲ 916 696 0634 ਜਾਂ ਜਗਰਾਜ ਬਲ 530 339 15। ਐਡਰੈਸ 3894 ਰੇਲ ਰੋਡ ਐਵੇਨਿਊ, ਯੂਬਾ ਸਿਟੀ। ਇੱਥੇ ਹੁਣ ਟਰੱਕਾਂ ਦੇ ਯੂਜ਼ਡ ਤੇ ਬ੍ਰਾਂਡ ਨਿਊ ਟਾਇਰ ਵੀ ਮਿਲਦੇ ਹਨ। ਤੇ ਆਪਾਂ ਚੱਲਦੇ ਹਾਂ ਜੀ ਹੁਣ ਜਲੰਧਰ। ਹਰਜੀਤ ਭਾਸਕਰ ਜੀ ਬਹੁਤ ਸੀਨੀਅਰ ਜਰਨਲਿਸਟ ਨੇ, ਉਹਨਾਂ ਦੇ ਨਾਲ ਆਪਾਂ ਫਿਰ ਢੀਂਡਸਾ ਸਾਹਿਬ ਦੀ ਹੀ ਗੱਲ ਕਰਦੇ ਹਾਂ ਕਿਉਂਕਿ ਅੱਜ ਦੀ ਇੰਪੋਰਟੈਂਟ ਗੱਲ ਹੈ। ਭਾਸਕਰ ਸਾਹਿਬ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਭਾਸਕਰ ਸਾਹਿਬ, ਦੋ ਚਰਚਾਵਾਂ ਮੇਰੇ ਬੈਠੇ ਬੈਠੇ ਕਾਫੀ ਇਹ ਚੀਜ਼ਾਂ ਆ ਰਹੀਆਂ ਨੇ ਸਾਹਮਣੇ ਕਿ ਢੀਂਡਸਾ ਸਾਹਿਬ ਨੇ ਤਾਂ ਬਹੁਤ ਦੇਰ ਪਹਿਲਾਂ ਐਲਾਨ ਕਰ ਦਿੱਤਾ ਸੀਗਾ ਵੀ ਅੱਜ ਦੇ ਦਿਨ ਮੈਂ ਇੱਕ ਆਪਦੀ ਨਵੀਂ ਪਾਰਟੀ ਖੜੀ ਕਰਾਂਗਾ, ਪਰ ਦੇਖੋ ਆਲ ਆਫ ਸਡਨ ਅਕਾਲੀ ਦਲ ਵੱਲੋਂ ਆਹ ਦਿਨ ਚੁਣਿਆ ਗਿਆ। ਕੇਂਦਰ ਸਰਕਾਰ ਤੇ ਪੰਜਾਬ ਸਰਕਾਰ, ਕਿਉਂਕਿ ਉਹ ਸਿੱਧਾ ਤਾਂ ਕੇਂਦਰ ਸਰਕਾਰ ਤੇ ਅਟੈਕ ਨਹੀਂ ਕਰ ਰਹੀ, ਪਰ ਅੱਜ ਮੈਂ ਬਿਕਰਮ ਸਿੰਘ ਮਜੀਠੀਆ ਦਾ ਇੱਕ ਬਿਆਨ ਸੁਣ ਰਿਹਾ ਸੀਗਾ, ਕਿਸੇ ਚੈਨਲ ਦੇ ਨਾਲ ਗੱਲਬਾਤ ਕਰ ਰਹੇ ਸੀ ਪੱਤਰਕਾਰ ਨਾਲ। ਉਹ ਕਹਿੰਦੇ ਜੇ ਲੋੜ ਪਈ ਤਾਂ ਅਸੀਂ ਤੋੜ ਭੰਨ ਕਰ ਲਾਂਗੇ, ਤੋੜ ਵਿਛੋੜਾ ਵੀ ਕਰ ਲਾਂਗੇ ਅਸੀਂ ਬੀਜੇਪੀ ਨਾਲ। ਸੋ ਕਿਤੇ ਨਾ ਕਿਤੇ ਜਿਹੜੀਆਂ ਚਰਚਾਵਾਂ ਨਜ਼ਰ ਆ ਰਹੀਆਂ, ਕਿਤੇ ਭਾਖਿਆ ਤਾਂ ਨਹੀਂ ਉਹਨਾਂ ਨੂੰ ਪਤਾ ਲੱਗ ਗਈ, ਕਿਉਂਕਿ ਉਹਨਾਂ ਨੇ ਇੱਕ ਗੱਲ ਤਾਂ ਸੋਚ ਲਈ ਵੀ ਅਖਬਾਰਾਂ ਦੇ ਵਿੱਚ ਖਬਰਾਂ ਕੱਲੀਆਂ ਢੀਂਡਸੇ ਦੀਆਂ ਨਾ ਲੱਗ ਜਾਣ, ਪਾਪੂਲਰਿਟੀ ਨਾ ਮਿਲ ਜੇ, ਸਾਨੂੰ ਸਪੇਸ ਜ਼ਿਆਦਾ ਮਿਲ ਜੇ ਕਿਉਂਕਿ ਪੁਰਾਣੇ ਖਿਲਾੜੀ ਨੇ। ਪਰ ਨਾਲ ਦੀ ਨਾਲ ਜਿਹੜਾ ਮਜੀਠੀਆ ਸਾਹਿਬ ਦਾ ਬਿਆਨ ਹੈ ਤੋੜ ਵਿਛੋੜੇ ਦਾ, ਤੇ ਇਹ ਵੀ ਚਰਚਾਵਾਂ ਨੇ ਕਿ ਢੀਂਡਸਾ ਸਾਹਿਬ ਦੀਆਂ ਨਜ਼ਦੀਕੀਆਂ ਬੜੀਆਂ ਨੇ ਬੀਜੇਪੀ ਨਾਲ। ਇਹਨੂੰ ਕਿਸ ਤਰ੍ਹਾਂ ਤੁਸੀਂ ਕਰਦੇ ਹੋ? ਢੀਂਡਸਾ ਸਾਹਿਬ ਦਾ ਅਕਾਲੀ ਦਲ, ਆਪਾਂ ਪਹਿਲਾਂ ਹੀ ਕਹਿੰਦੇ ਸੀ ਢੀਂਡਸਾ ਸਾਹਿਬ ਇੱਕ ਅਕਾਲੀ ਦਲ ਬਣਾਉਣਗੇ, ਅਗਵਾਈ ਕਰਨਗੇ, ਉਹ ਕਿਤੇ ਵੀ ਹੋ ਸਕਦਾ, ਭਾਵੇਂ ਟਕਸਾਲੀ ਦੀ ਕਰ ਲੈਂਦੇ, ਹੋਰ ਕਰ ਲੈਂਦੇ, ਪਰ ਟਕਸਾਲੀਆਂ ਦੀ ਨਹੀਂ ਹੋਈ, ਆਪਣਾ ਅਕਾਲੀ ਦਲ ਬਣਾ ਲਿਆ। ਸਾਰੇ ਨਜ਼ਰੀਏ ਨੂੰ ਪੰਜਾਬ ਦੀ ਸਿਆਸਤ ਦੇ ਉੱਤੇ ਕਿਸ ਤਰ੍ਹਾਂ ਇਫੈਕਟ ਦੇਖ ਕੇ ਚੱਲ ਰਹੇ ਤੁਸੀਂ? ਗੱਲ ਅਗਰ ਢੀਂਡਸਾ ਸਾਹਿਬ ਦੀ ਕਰੀਏ ਤੇ ਬੜੇ ਹੀ ਸੁਲਝੇ ਹੋਏ ਪੋਲੀਟੀਸ਼ੀਅਨ ਨੇ, ਉਹਨਾਂ ਦੀ ਇਮੇਜ ਬਹੁਤ ਚੰਗੀ ਹੈ ਜੀ, ਔਰ ਉਹਨਾਂ ਦੀ ਬਾਦਲਾਂ ਨਾਲ ਜਿਹੜੀ ਨਜ਼ਦੀਕੀਆਂ ਰਹੀ ਹੈ, ਮੈਨੂੰ ਲੱਗਦਾ ਕਿ ਤੋੜਾ ਸਾਹਿਬ ਤੋਂ ਬਾਅਦ ਢੀਂਡਸਾ ਸਾਹਿਬ ਇੱਕ ਏਦਾਂ ਦੇ ਅਕਾਲੀ ਲੀਡਰ ਸੀਗੇ ਜਿਨ੍ਹਾਂ ਨੂੰ ਅਸੀਂ ਕਹਿ ਸਕਦੇ ਸੀਗੇ ਵੀ ਬਾਦਲਾਂ ਦੇ ਬੜੇ ਕਲੋਜ਼ ਹੈ। ਹਾਲਾਂਕਿ ਕਲੋਜ਼ ਤੇ ਬ੍ਰਹਮਪੁਰਾ ਉਹਨਾਂ ਵੀ ਹੁੰਦੇ ਸੀਗੇ, ਰਤਨ ਸਿੰਘ ਅਜਨਾਲਾ ਉਹਨਾਂ ਵੀ ਹੁੰਦੇ ਸੀਗੇ, ਪਰ ਢੀਂਡਸਾ ਸਾਹਿਬ ਦੀ ਬਾਦਲਾਂ ਦੇ ਨਾਲ ਜਿਹੜੀ ਸਾਂਝ ਸੀਗੀ ਉਹ ਇੱਕ ਵੱਖਰੇ ਕਿਸਮ ਦੀ ਸੀਗੀ, ਕਿਉਂਕਿ ਜਿਸ ਦਿਨ ਢੀਂਡਸਾ ਸਾਹਿਬ ਨੇ ਅਚਾਨਕ ਇਸਤੀਫਾ ਦਿੱਤਾ ਸੀਗਾ ਉਸ ਦਿਨ ਸਾਰੇ ਲੋਕੀ ਹੈਰਾਨ ਹੋਏ ਸੀ, ਔਰ ਸੁਖਬੀਰ ਬਾਦਲ ਉਹਨਾਂ ਵੀ ਢੀਂਡਸਾ ਸਾਹਿਬ ਕੋਲ ਗਏ ਸੀਗੇ ਵੀ ਤੁਸੀਂ ਕਿਉਂ ਦੇ ਰਹੇ ਹੋ, ਔਰ ਉਸ ਦਿਨ ਇਸ ਗੱਲ ਦਾ ਕੋਈ ਖੁਲਾਸਾ ਨਹੀਂ ਕੀਤਾ ਸੀਗਾ ਵੀ ਕਿਸ ਗੱਲ ਦੀ ਨਾਰਾਜ਼ਗੀ ਹੈ। ਔਰ ਉਹਨਾਂ ਦੇ ਬੇਟੇ ਜੋ ਅਕਾਲੀ ਦਲ ਵਿੱਚ ਉਸ ਟਾਈਮ ਮੰਤਰੀ ਵੀ ਹੁੰਦੇ ਸੀਗੇ, ਉਹਨਾਂ ਨੇ ਇਹ ਕਿਹਾ ਕਿ ਮੇਰੇ ਫਾਦਰ ਸਾਹਿਬ ਨੂੰ ਨਿੱਜੀ ਕਾਰਨਾਂ ਕਰਕੇ ਉਹਨਾਂ ਦੀ ਸਿਹਤ ਠੀਕ ਨਹੀਂ ਰਹਿੰਦੀ ਜਾਂ ਹੋਰ ਕੋਈ ਬਹਾਨੇ ਮਾਰ ਕੇ ਉਹਨਾਂ ਨੇ, ਨਾਲੇ ਇੱਕ ਟਾਈਮ ਇਹ ਵੀ ਆ ਗਿਆ ਸੀਗਾ ਕਿ ਫਾਦਰ ਨੇ ਅਕਾਲੀ ਦਲ ਤੋਂ ਦੂਰੀ ਬਣਾ ਲਈ ਸੀ ਤੇ ਪੁੱਤ ਨੇ ਨਹੀਂ ਬਣਾਈ ਸੀਗੀ, ਪੁੱਤ ਨੇ ਨਹੀਂ ਬਣਾਈ ਸੀ। ਔਰ ਇੱਥੇ ਤੱਕ ਕਿ ਜਦ ਪਾਰਲੀਮੈਂਟਰੀ ਇਲੈਕਸ਼ਨ ਆਏ ਸੀਗੇ, ਢੀਂਡਸਾ ਸਾਹਿਬ ਨੇ ਆਪਣੇ ਪੁੱਤਰ ਪਰਮਿੰਦਰ ਸਿੰਘ ਢੀਂਡਸਾ ਉਹਨਾਂ ਨੂੰ ਬੜਾ ਸਮਝਾਇਆ ਸੀਗਾ ਕਿ ਤੂੰ ਇਲੈਕਸ਼ਨ ਨਹੀਂ ਲੜਨੇ, ਔਰ ਪਰ ਆਖਿਰ ਵਿੱਚ ਪਰਮਿੰਦਰ ਢੀਂਡਸਾ ਉਹਨਾਂ ਨੇ ਇਹ ਕਿਹਾ ਕਿ ਪਾਰਟੀ ਦਾ ਹੁਕਮ ਹੈ ਤੇ ਪਾਰਟੀ ਦਾ ਮੈਨੂੰ ਹੁਕਮ ਮੰਨਣਾ ਪੈਣਾ। ਔਰ ਪੂਰੇ ਇਲੈਕਸ਼ਨ ਦੇ ਵਿੱਚ ਢੀਂਡਸਾ ਸਾਹਿਬ ਨੇ ਪਰਮਿੰਦਰ ਢੀਂਡਸਾ ਵਾਸਤੇ ਕੈਂਪੇਨ ਨਹੀਂ ਕੀਤਾ ਸੀ, ਔਰ ਇੱਥੇ ਤੱਕ ਕਿ ਪਰਮਿੰਦਰ ਢੀਂਡਸਾ ਉਹਨਾਂ ਨੇ ਵੀ ਅੱਧੇ ਮਨ ਤੋਂ ਉਹ ਲੋਕ ਸਭਾ ਇਲੈਕਸ਼ਨ ਦੀ ਲੜਾਈ ਲੜੀ ਸੀ, ਭਾਵੇਂ ਉਹ ਹਾਰ ਗਏ, ਹਾਰਨ ਦਾ ਕੋਈ ਮਾਰਜਨ ਵੀ ਬਹੁਤਾ, ਚਲੋ ਹੁਣ ਲੜਾਈ ਵੀ ਮਾਨ ਸਾਹਿਬ ਨਾਲ ਸੀਗੀ, ਆਪਣੇ ਭਗਵੰਤ ਮਾਨ ਉਹਨਾਂ ਦੀ ਜਿਹਨਾਂ ਦੀ ਪਪੂਲੈਰਿਟੀ ਬੜੀ ਜ਼ਬਰਦਸਤ ਸੀਗੀ। ਚਲੋ ਉਹਨਾਂ ਸਾਰੀ ਗੱਲਾਂ ਨੂੰ ਵੀ ਦੇਖ ਲਓ। ਤੇ ਉਸ ਤੋਂ ਬਾਅਦ ਟਕਸਾਲੀਆਂ ਦਾ ਜਿਹੜਾ ਪ੍ਰੋਗਰਾਮ ਸੀਗਾ ਅਕਾਲੀ ਦਲ ਟਕਸਾਲੀਆਂ ਦਾ ਅੰਮ੍ਰਿਤਸਰ, ਉਹਦੇ ਵਿੱਚ ਅਚਾਨਕ ਢੀਂਡਸਾ ਸਾਹਿਬ ਦੀ ਉੱਥੇ ਜਾਣਾ, ਸਟੇਜ ਦੇ ਵਿੱਚ ਹਾਜ਼ਰੀ ਲਾਣਾ, ਔਰ ਉਹਦੇ ਵਿੱਚ ਵੀ ਇਹ ਗੱਲਾਂ ਚੱਲ ਰਹੀ ਸੀ ਪਰਮਿੰਦਰ ਢੀਂਡਸਾ ਉਹਨਾਂ ਵੀ ਜਾਣਗੇ, ਪਰ ਉਹ ਆਖਿਰ ਚ ਨਹੀਂ ਗਏ ਸੀ। ਪਰਮਿੰਦਰ ਢੀਂਡਸਾ ਦੇ ਬਾਰੇ ਚ ਅਚਾਨਕ ਇੱਕ ਖੁਲਾਸਾ ਹੁੰਦਾ ਹੈ ਕਿ ਵੀ ਉਹ ਵੀ ਆਪਣੇ ਪਿਤਾ ਦੀ ਰਾਹ ਚੱਲ ਸਕਦੇ ਨੇ, ਔਰ ਉਹ ਚੱਲੇ ਵੀ, ਔਰ ਉਹਨਾਂ ਨੇ ਵੀ ਅਕਾਲੀ ਦਲ ਤੋਂ ਅਸਤੀਫਾ ਦਿੱਤਾ। ਔਰ ਫਿਰ ਜਿਹੜੀ ਤੂੰ ਮੈਂ ਜਿਹੜੀ ਗੱਲਾਂ ਦਾ ਗੁਰੇਜ ਪਰਮਿੰਦਰ ਢੀਂਡਸਾ ਉਹਨਾਂ ਕਰਦੇ ਸੀਗੇ ਜਾਂ ਉਹਨਾਂ ਦੇ ਫਾਦਰ ਸਾਹਿਬ ਵੀ ਕਰਦੇ ਹੁੰਦੇ ਸੀਗੇ, ਫਿਰ ਉਹ ਬਾਦਲਾਂ ਨਾਲ ਸਿੱਧੇ ਹੋ ਗਏ, ਜਿਹਦਾ ਮਤਲਬ ਕਿ ਵੀ ਬਾਦਲ ਸਾਹਿਬ ਜਾਂ ਸੁਖਬੀਰ ਦੀ ਲੀਡਰਸ਼ਿਪ ਨੂੰ ਸਿੱਧਾ ਚੈਲੰਜ ਦਿੱਤਾ, ਔਰ ਇਹ ਕਿਹਾ ਕਿ ਅਸੀਂ SGPC ਨੂੰ ਬਾਦਲਾਂ ਦੇ ਕਬਜ਼ੇ ਤੋਂ ਹਟਾਵਾਂਗੇ, ਔਰ ਅਕਾਲੀ ਦਲ ਦਾ ਪ੍ਰਧਾਨ ਸੁਖਬੀਰ ਬਾਦਲ ਨੂੰ ਬਣਨ ਦਾ ਕੋਈ ਹੱਕ ਨਹੀਂ ਹੈ, ਕਿਉਂਕਿ ਅਕਾਲੀ ਦਲ ਉਹਨਾਂ ਦਾ ਇਕੱਲੇ ਦਾ ਨਹੀਂ ਹੈਗਾ। ਅਕਾਲੀ ਦਲ 100 ਸਾਲ ਪੁਰਾਣੀ ਪਾਰਟੀ ਹੈ ਜਿਹਦੇ ਵਿੱਚ ਬਹੁਤ ਲੋਕਾਂ ਨੇ ਆਪਣਾ ਬਲੀਦਾਨ ਵੀ ਦਿੱਤਾ ਤੇ ਬੜਾ ਕੰਮ ਵੀ ਕੀਤਾ। ਅੱਜ ਜਦ ਉਹਨਾਂ ਨੇ ਆਪਣੀ ਪੋਲੀਟੀਕਲ ਪਾਰਟੀ ਨਵੀਂ ਬਣਾਉਣੀ ਸੀਗੀ, ਉਸ ਤੋਂ ਪਹਿਲੇ ਇਹ ਕਿਹਾ ਜਾ ਰਿਹਾ ਸੀਗਾ ਕਿ ਸ਼ਾਇਦ ਅਕਾਲੀ ਦਲ ਟਕਸਾਲੀ ਵੀ ਇਹਦੇ ਵਿੱਚ ਮਰਜ ਹੋ ਜਾਏਗਾ,
ਪਰ ਰੀਜ਼ਨ ਉਹਦਾ ਨਾ ਹੋਣ ਦਾ ਇਹ ਦਿੱਤਾ ਗਿਆ ਕਿ ਸ਼ਾਇਦ ਬ੍ਰਹਮਪੁਰਾ ਸਾਹਿਬ ਦੀ ਕੋਈ ਤਬੀਅਤ ਠੀਕ ਨਹੀਂ ਹੈਗੀ। ਪਰ ਇੱਕ ਚੀਜ਼ ਆਪਣੇ ਮੈਂ ਤੁਹਾਡੀ ਥੋੜੀ ਜਿਹੀ ਗੱਲ ਵਿੱਚੋਂ ਕੱਟਾਂ ਕਿ ਮੈਨੂੰ ਦੇਖੋ ਇੱਕ ਚੀਜ਼ ਹੈ ਕਿ ਆਪਾਂ ਗੱਲ ਕਰੀਏ ਕਿ ਅਕਾਲੀ ਦਲ ਤਾਂ ਹੁਣ ਉਹ ਅਕਾਲੀ ਦਲ ਤਾਂ ਰਹਿ ਨਹੀਂ ਗਿਆ। ਕਾਰਨ ਕੀ ਹੈ ਕਿ ਇਹ ਸ਼੍ਰੋਮਣੀ ਅਕਾਲੀ ਦਲ ਬਾਦਲ ਹੈ, ਸ਼੍ਰੋਮਣੀ ਅਕਾਲੀ ਦਲ ਦਿੱਲੀ ਹੈ, ਪਿੱਛੇ ਬ੍ਰੈਕਟਾਂ 'ਚ ਆ ਗਏ ਨੇ। ਪਰ ਹੁਣ ਜਿਹੜਾ 1920 ਵਾਲਾ ਅਕਾਲੀ ਦਲ ਸੀਗਾ ਉਹਦੀ ਤਾਂ ਫਿਰ ਆਪਾਂ ਆਖੀਏ ਕਿ ਕੌਨਸਟੀਟਿਊਸ਼ਨ ਕਿਹਦੇ ਕੋਲੇ ਆ ਹਜੇ, ਉਹ ਇਹ ਵੀ ਇੱਕ ਦੇਖਣ ਵਾਲੀ ਗੱਲ ਹੈ। ਤੁਸੀਂ ਇਹ ਭੁੱਲ ਰਹੇ ਹੋ ਕਿ ਵੀ ਉਹ ਰਵਿੰਦਰ ਵਾਲਾ ਅਕਾਲੀ ਦਲ ਹੈਗਾ, ਉਹ ਅਕਾਲੀ ਦਲ 1920 ਲਾਇਆ ਹੋਇਆ। ਪਰ ਹੁਣ ਅਕਾਲੀ ਦਲ ਦੇ ਇੰਨੇ ਸਾਰੇ ਅਕਾਲੀ ਦਲ A, ਅਕਾਲੀ ਦਲ B, ਅਕਾਲੀ ਦਲ C ਅੱਜਾਂ ਦੇ ਬਣੀ ਜਾਂਦੇ ਨੇ, ਤੇ ਅਕਾਲੀ ਦਲ ਬਾਦਲ ਦੇ ਨਾਂ ਤੇ ਤੁਸੀਂ ਜਦ ਇਲੈਕਸ਼ਨ ਕਮਿਸ਼ਨ ਦਾ ਵੀ ਕੋਈ ਰਿਜ਼ਲਟ ਆਉਂਦਾ ਜਾਂ ਕੁਛ ਆਉਂਦਾ ਹੈ, ਤੁਸੀਂ ਦੇਖਿਆ ਹੋਏਗਾ ਕਿ ਉਹਦੇ ਵਿੱਚ ਅਕਾਲੀ ਦਲ ਬਾਦਲ ਲਿਖਿਆ ਹੁੰਦਾ ਸੀ ਬ੍ਰੈਕਟ ਵਿੱਚ, ਔਰ ਅਕਾਲੀ ਦਲ ਜਿੱਦਾਂ ਅੰਮ੍ਰਿਤਸਰ ਲਿਖਿਆ ਹੁੰਦਾ ਸੀਗਾ ਸਿਮਰਨਜੀਤ ਸਿੰਘ ਬੈਗ ਉਹਨਾਂ ਦਾ, ਉਹਨਾਂ ਦਾ ਮਾਨਸਾ ਵਾਲਾ। ਤੇ ਹੁਣ ਇਹਨਾਂ ਨੇ ਵੀ ਉਹ ਬ੍ਰੈਕਟ ਰੱਖਿਆ ਜ਼ਰੂਰ ਹੈ, ਪਰ ਜਾਣ ਬੁੱਝ ਕੇ ਫਿਲਹਾਲ ਖਾਲੀ ਰੱਖਿਆ। ਅੱਛਾ ਜੀ। ਉਹਨਾਂ ਨੇ ਆਪਣੇ ਆਪ ਨੂੰ ਸਿਰਫ ਸ਼੍ਰੋਮਣੀ ਅਕਾਲੀ ਦਲ ਦੇ ਤੌਰ ਤੇ ਪੇਸ਼ ਕੀਤਾ ਹੈ, ਔਰ ਨਾਲ ਦੇ ਨਾਲ ਇਹ ਵੀ ਕਿਹਾ ਹੈ ਕਿ ਬ੍ਰੈਕਟ ਦੇ ਵਿੱਚ ਅਸੀਂ ਡੈਮੋਕ੍ਰੇਟਿਕ ਲਾ ਦਾਂਗੇ, ਜੇ ਕਿਤੇ ਇਲੈਕਸ਼ਨ ਕਮਿਸ਼ਨ ਦੇ ਵਿੱਚ ਕੋਈ ਰੌਲਾ ਰੱਪਾ ਪਿਆ ਕਿ ਵੀ ਨਹੀਂ ਜੀ ਤੁਹਾਨੂੰ ਨਹੀਂ ਹੁੰਦਾ, ਯਾਨੀ ਇਹ ਬ੍ਰੈਕਟ ਖਾਲੀ ਫਿਲਹਾਲ ਰੱਖਿਆ। ਔਰ ਇਹ ਵੀ ਦੱਸਦਾ ਕਿ ਬ੍ਰੈਕਟ ਵਿੱਚ ਭਰਨਾ ਕੀ ਹੈ। ਉਸ ਤੋਂ ਬਾਅਦ ਟਕਸਾਲੀ ਆਉਂਦੇ ਆ ਜਾਂ ਨਹੀਂ ਆਉਂਦੇ, ਪਰ ਟਕਸਾਲੀਆਂ ਦੇ ਉਹ ਲੀਡਰ ਜਿਨ੍ਹਾਂ ਲੀਡਰਾਂ ਕਰਕੇ ਖਹਿਰਾ ਸਾਹਿਬ ਨਾਲ ਇਲੈਕਸ਼ਨ ਦਾ ਇੱਕ ਅਲਾਈਅੰਸ ਨਹੀਂ ਹੋ ਪਾਇਆ, ਉਹ ਸੀਗਾ ਇੱਕ ਜਨਰਲ ਜੇ ਸਿੰਘ ਦੀ ਸੀਟ ਸੀਗੀ ਤੇ ਦੂਜੀ ਵੀਰ ਦਵਿੰਦਰ ਸਿੰਘ ਦੀ ਸੀਟ ਸੀਗੀ ਅਨੰਦਪੁਰ ਸਾਹਿਬ ਤੋਂ। ਅੱਜ ਉਹ ਵੀਰ ਦਵਿੰਦਰ ਸਿੰਘ ਉਹਨਾਂ ਢੀਂਡਸਾ ਸਾਹਿਬ ਦੇ ਨਾਲ ਉਸ ਪਾਰਟੀ ਦੇ ਲਾਂਚਿੰਗ ਸੈਰਾਮਨੀ ਦੇ ਵਿੱਚ ਮੌਜੂਦ ਸੀ। ਪਰ ਨਾਲ ਦੇ ਨਾਲ ਢੀਂਡਸਾ ਸਾਹਿਬ ਵਾਸਤੇ ਕੋਈ ਬਹੁਤੀ ਖੁਸ਼ਖਬਰੀ ਨਹੀਂ ਹੈਗੀ, ਕਿਉਂਕਿ ਜਿੰਨੀ ਕੁ ਵੀਰ ਦਵਿੰਦਰ ਸਿੰਘ ਉਹਨਾਂ ਨੇ ਪਾਰਟੀਆਂ ਚੁਣੀਆਂ, ਪਾਰਟੀਆਂ ਜੁਆਇਨ ਕੀਤੀਆਂ, ਉਹ ਸਾਰੀ ਪਾਰਟੀਆਂ ਡੁੱਬ ਗਈਆਂ। ਉਹੀ ਗੱਲ ਹੈ, ਸਵਾਰੀਆਂ ਇਸ ਕਿਸ਼ਤੀ 'ਚ ਵੀ ਕਲੱਲੀਆਂ ਆ ਗਈਆਂ। ਹਾਂ, ਮਤਲਬ ਉਹ ਇੱਕ ਮੈਨੂੰ ਲੱਗਦਾ ਨਹੀਂ ਕਿ ਚਲੋ ਵੀਰ ਦਵਿੰਦਰ ਸਿੰਘ ਉਹਦਾ ਬੜੇ ਸੂਝਵਾਨ ਤੇ ਬੜੇ ਵਧੀਆ ਲੀਡਰ ਨੇ, ਪਰ ਉਹਨਾਂ ਦੀ ਕਿਸਮਤ ਮਾੜੀ ਹੈ, ਜਿਸ ਵੀ ਟਰੱਕ ਦੇ ਵਿੱਚ ਉਹ ਬੈਠਦੇ ਉਹ ਟਰੱਕ ਪੰਚਰ ਹੋ ਜਾਂਦਾ। ਤੇ ਹੁਣ ਅੱਗੇ ਚੱਲ ਕੇ ਇਹ ਟਰੱਕ ਨਾ ਪੰਚਰ ਹੋਏ। ਪਰ ਨਾਲ ਦੇ ਨਾਲ ਜਿਹੜੀ ਤੁਸੀਂ ਦੂਜੀ ਗੱਲ ਕਹੀ ਹੈ ਨਾ ਜੀ, ਉਹ ਬੜੀ ਇੰਪੋਰਟੈਂਟ ਹੈਗੀ ਹੈ ਕਿ ਅੱਜ ਅਕਾਲੀ ਦਲ ਦਾ ਧਰਨਾ ਤੇ ਉਹਦੇ ਨਾਲ ਢੀਂਡਸਾ ਉਹਨਾਂ ਦਾ ਆਪਣੀ ਪਾਰਟੀ ਲਾਂਚ ਕਰਨਾ, ਔਰ ਮਜੀਠੀਆ ਉਹਨਾਂ ਦਾ ਉਹ ਬਿਆਨ ਕਿ ਅਸੀਂ ਵੱਖ-ਵੱਖ ਵੀ ਹੋ ਸਕਦੇ ਹਾਂ ਜੀ। ਬੀਜੇਪੀ ਦੇ ਅਕਾਲੀ ਦਲ ਦੇ ਵਿੱਚ ਰਫੜ ਤੇ ਦਿੱਲੀ ਇਲੈਕਸ਼ਨ, ਹਰਿਆਣਾ ਇਲੈਕਸ਼ਨ ਕੋਈ ਪਿਆ ਹੋਇਆ ਸੀਗਾ ਜੀ। ਜੱਗ ਜ਼ਾਹਿਰ ਹੈਗਾ ਕਿ ਇੱਕ ਤਰੀਕੇ ਨਾਲ ਅਕਾਲੀ ਦਲ ਨੂੰ ਬੀਜੇਪੀ ਨੇ ਭਿਉਂ ਕੇ ਮਾਰੀਆਂ, ਔਰ ਕੋਈ ਤਵੱਜੋ ਨਹੀਂ ਦਿੱਤੀ। ਹਰਿਆਣਾ ਦੇ ਵਿੱਚ 30 ਸੀਟਾਂ ਦੀ ਗੱਲ ਕਰਦੇ ਸੀ, ਉਹਨਾਂ ਨੇ 3 ਨਹੀਂ ਦਿੱਤੀਆਂ, 3 ਛੱਡੋ 1 ਵੀ ਨਹੀਂ ਦਿੱਤੀਆਂ। ਔਰ ਇਹ ਵੀ ਦਿੱਲੀ ਦੇ ਵਿੱਚ ਵੀ ਗੱਲਾਂ ਕਰਦੇ ਸੀ ਇੰਨੀ ਸੀਟਾਂ ਚਾਹੀਦੀਆਂ, ਨਹੀਂ ਤੇ ਅਸੀਂ ਇਹ ਕਰ ਦਾਂਗੇ, ਨਹੀਂ ਤੇ ਉਹ ਕਰ ਦਾਂਗੇ। ਬਾਦਲ ਸਾਹਿਬ ਜਿਹੜੇ ਬੜੇ ਸੂਝਵਾਨ ਪੋਲੀਟਿਕਸ ਹੈਗੇ, ਉਹਨਾਂ ਨੇ ਵੀ ਬੀਜੇਪੀ ਦੇ ਖਿਲਾਫ ਬਿਆਨ ਛੱਡਣੇ ਸ਼ੁਰੂ ਕਰਤੇ। ਔਰ ਕੱਲ ਪਰਸੋਂ, ਉਸ ਤੋਂ ਪਹਿਲੇ ਹਫ਼ਤਾ 10 ਦਿਨ ਪਹਿਲੇ ਵੀ ਉਹਨਾਂ ਨੇ ਬਿਆਨ ਛੱਡਿਆ ਸੀ ਕਿ ਦੇਸ਼ ਦੇ ਵਿੱਚ ਧਾਰਮਿਕ ਨਿਰਪੇਖਤਾ ਬਣਾ ਕੇ ਰੱਖਣੀ ਚਾਹੀਦੀ ਹੈ, ਸਾਰੇ ਧਰਮਾਂ ਦੀ ਇੱਜ਼ਤ ਕਰਨੀ ਚਾਹੀਦੀ ਹੈ। ਕਿਸੇ ਨਾ ਕਿਸੇ ਜਗ੍ਹਾ ਤੀਰ ਚਲਾਣੇ ਸ਼ੁਰੂ ਕਰਤੇ, ਔਰ ਅੱਜ ਮਜੀਠੀਆ ਸਾਹਿਬ ਨੇ ਵੀ ਬਾਦਲ ਸਾਹਿਬ ਦੀ ਰਾਹ ਦੇ ਉੱਤੇ ਚੱਲਦੇ ਹੋਏ ਇੱਕ ਤੀਰ ਹੀ ਛੱਡਿਆ ਕਿ ਅਸੀਂ ਵੱਖੋ ਵੱਖ ਵੀ ਹੋ ਸਕਦੇ ਹਾਂ। ਹੁਣ ਅੱਜ ਦੀ ਪਾਰਟੀ ਲਾਂਚਿੰਗ, ਮਜੀਠੀਆ ਸਾਹਿਬ ਦੀ ਉਹ ਸਟੇਟਮੈਂਟ, ਔਰ ਅਕਾਲੀ ਦਲ ਦਾ ਬੀਜੇਪੀ ਦੇ ਖਿਲਾਫ ਜਾਂ ਪੈਟਰੋਲ ਪ੍ਰਾਈਸ ਦੇ ਖਿਲਾਫ ਧਰਨਾ ਦੇਣਾ, ਇਹ ਤੁਸੀਂ ਦੇਖ ਸਕਦੇ ਹੋ 2022 ਦੇ ਵਿੱਚ ਜਿਹੜੇ ਨਵੇਂ ਸਮੀਕਰਨ ਬਣ ਕੇ ਆਣੇ। ਔਰ ਅਕਸਰ ਇਹ ਗੱਲਾਂ ਹੁੰਦੀ ਹੈ ਕਿ ਢੀਂਡਸਾ ਸਾਹਿਬ ਦੀ ਬੀਜੇਪੀ ਨਾਲ ਬਹੁਤ ਜ਼ਬਰਦਸਤ ਸਾਂਝ ਹੈ, ਔਰ ਬੀਜੇਪੀ ਦੇ ਸੀਨੀਅਰ ਆਗੂ ਵੀ ਢੀਂਡਸਾ ਸਾਹਿਬ ਨੂੰ ਪਦਮ ਸ਼੍ਰੀ ਦਾ ਅਵਾਰਡ ਜਿਹੜਾ ਦੇਣਾ ਉਹ ਤਦ ਦਿੰਦੇ ਨੇ ਜਦ ਉਹਨਾਂ ਦੀ ਅਕਾਲੀ ਦਲ ਦੇ ਨਾਲ ਇੱਕ ਤਰੀਕੇ ਨਾਲ ਸਾਂਝ ਖਤਮ ਹੋ ਜਾਂਦੀ ਹੈ। ਇਹਨਾਂ ਸਾਰੇ ਗੱਲਾਂ ਨੂੰ ਦੇਖਦੇ ਹੋਏ ਤੇ ਮੈਨੂੰ ਇਹ ਲੱਗਦਾ ਹੈ ਕਿ 2022 ਦੇ ਵਿੱਚ ਜਿਸ ਤਰੀਕੇ ਦੇ ਰਾਜਨੀਤਿਕ ਸਮੀਕਰਨ ਬਣਨਗੇ, ਉਹਦਾ ਆਗਾਜ਼ ਅੱਜ ਹੋ ਗਿਆ। ਹੁਣ ਢੀਂਡਸਾ ਸਾਹਿਬ ਨੂੰ ਕਿੰਨਾ ਕੁ ਹੁੰਗਾਰਾ ਮਿਲਦਾ ਹੈ, ਕਿੰਨੇ ਕੁ ਲੋਕ ਉਹਨਾਂ ਨੂੰ ਜੁਆਇਨ ਕਰਦੇ ਨੇ, ਔਰ ਕਿੱਦਾਂ ਦੀ ਸ਼ਖਸੀਅਤ ਉਹਨਾਂ ਦੀ ਪਾਰਟੀ ਦੇ ਥੱਲੇ ਲੜ ਕੇ ਇਲੈਕਸ਼ਨ ਲੜਦੇ ਨੇ ਜਾਂ ਖੜ ਕੇ ਇਲੈਕਸ਼ਨ ਲੜਦੇ ਨੇ, ਇਹਦੇ ਉੱਤੇ ਡਿਪੈਂਡ ਕਰਦਾ। ਪਰ ਇਹ ਸਮੀਕਰਨ ਦਾ ਆਗਾਜ਼ ਤੇ ਹੋ ਗਿਆ, ਔਰ ਅੱਗੇ ਚੱਲ ਕੇ ਹੁਣ ਅਕਾਲੀ ਦਲ ਦੇ ਨਾਲ ਬੀਜੇਪੀ ਰਹੇਗੀ। ਹੁਣ ਉਹ ਅਕਾਲੀ ਦਲ ਢੀਂਡਸਾ ਸਾਹਿਬ ਵਾਲਾ ਹੋਣਾ, ਟਕਸਾਲੀਆਂ ਦਾ ਅਕਾਲੀ ਹੋਣਾ ਜਾਂ ਕਿਹੜਾ ਅਕਾਲੀ ਦਲ ਹੋਣਾ, ਉਹਦੇ ਉੱਤੇ ਹਜੇ ਲੋਕਾਂ ਦਾ ਇੱਕ ਮੰਥਨ ਸ਼ੁਰੂ ਹੋ ਗਿਆ। ਔਰ ਇਹ ਅੱਗੇ ਚੱਲ ਕੇ ਗੱਲ ਕਿੱਥੇ ਤੱਕ ਜਾਏਗੀ, ਇਹਦਾ ਅੰਦਾਜ਼ੇ ਆਪਣੇ ਵੱਖ-ਵੱਖ ਅੰਦਾਜ਼ ਦੇ ਵਿੱਚ ਲੋਕਾਂ ਨੇ ਲਾਉਣੇ। ਬਿਲਕੁਲ। ਕਾਲ ਲੈ ਲਈਏ ਜੀ ਇੱਕ ਭਾਸਕਰ ਸਾਹਿਬ 92 98 149 ਤੇ ਆਨ 에ਅਰ ਹੋ ਜੀ ਤੁਸੀਂ। ਸਤਿ ਸ਼੍ਰੀ ਅਕਾਲ।
ਧੰਨਵਾਦ ਸਾਹਿਬ ਜੀ ਤੇ ਆਪਣੇ ਪੱਤਰਕਾਰ ਸਾਹਿਬ ਮੈਨੂੰ ਹੱਥ ਨਹੀਂ ਭਾਸਕਰ ਸਾਹਿਬ ਜੀ, ਭਾਸਕਰ ਜੀ ਨੇ ਜਲੰਧਰ ਤੋਂ। ਭਾਸਕਰ ਸਾਹਿਬ ਜੀ ਬਹੁਤ ਵਧੀਆ ਵਿਸ਼ਲੇਸ਼ਣ ਕਰਦੇ ਨੇ, ਪ੍ਰੋਗਰਾਮ ਅੱਜ ਦਾ ਬਹੁਤ ਵਧੀਆ ਹੈ ਤੇ ਇੱਕ ਤਾਂ ਜਿਹੜੀ ਖਬਰਸਾਰ ਵਧੀਆ ਤੇ ਪ੍ਰੋਗਰਾਮ ਬਹੁਤ ਵਧੀਆ ਕਰਦੇ ਭਾਸਕਰ ਸਾਹਿਬ, ਬਹੁਤ ਵਧੀਆ ਕਰਦੇ। ਧੰਨਵਾਦ ਜੀ, ਮਿਹਰਬਾਨੀ। ਧੰਨਵਾਦ ਸਾਹਿਬ, ਮਨ ਦੇ ਵਿੱਚ ਇੱਕ ਅਫਸੋਸ ਜਿਹਾ ਪੈਦਾ ਹੋਇਆ ਜੀ। ਅਫਸੋਸ ਉਹ ਪੈਦਾ ਹੋਇਆ ਹੈ ਕਿ ਇੱਕ ਜਿਹੜੀ ਤੁਸੀਂ 1920 ਵਾਲੇ ਅਕਾਲੀ ਦਲ ਦੀ ਗੱਲ ਕੀਤੀ ਹੈ ਤੇ ਜਿਹਦੇ ਤੋਂ ਮੁੱਢ ਵੱਜਿਆ ਜੀ, ਜਿਹਦੇ ਤੇ ਸਾਰਾ ਅਕਾਲੀ ਦਲ ਜਿੰਨੇ ਵੀ ਬੜੇ ਉਹਦਾ ਨਾਮ ਲੈ ਲੈ ਕੇ ਉਸਰਦੇ ਜਾਂਦੇ ਪਏ ਨੇ। ਤੇ ਫਿਰ ਇੱਕ ਸਿੱਖਾਂ ਦੀ ਜਮਾਤ ਜਿਹੜੀ ਕਿ ਸਾਖਿਆਤ ਗੁਰੂ ਗ੍ਰੰਥ ਸਾਹਿਬ ਜੀ ਨੂੰ ਸਮਰਪਿਤ ਤੇ ਨਾਲ ਤੇ ਹਰ ਕਿਸੇ ਨੂੰ ਨਾਲ ਜੁੜ ਕੇ ਬੈਠਣ ਦਾ ਜਿਹੜੀ ਉਹ ਗੁਰੂ ਦੀ ਬਾਣੀ ਦੇ ਮੁਤਾਬਕ ਵਿਚਾਰ ਪ੍ਰਗਟ ਕਰਦੀ ਹੈ ਜੀ। ਤੇ ਅਫਸੋਸ ਇਹੋ ਲੱਗਦਾ ਮਨ ਚ ਰੱਖਿਆ ਤੇ ਇੱਕ ਹਾਸੇ ਦੀ ਗੱਲ ਹੈ ਕਿ ਅਕਾਲੀ ਦਲ ਦੇ ਕਿੰਨੇ ਦਲ ਜਿਹੜੇ ਨੇ ਪੜ ਕੇ ਬਣਦੇ ਜਾਂਦੇ ਨੇ, ਦੂਜੀਆਂ ਪਾਰਟੀਆਂ ਵਿੱਚ ਇੰਨੀ ਪੱਟ ਪੜ ਕੇ ਹੋਈ ਕਿਵੇਂ ਜਿੱਤਣਗੇ ਤੇ ਕਿਹੜਾ ਅਕਾਲੀ ਦਲ ਜਿਹੜਾ ਸਰਮੌਰ ਰਹੇਗਾ, ਕਿਹਦੇ ਮਗਰ ਲੱਗਣਗੇ ਲੋਕੀ। ਮਿਹਰਬਾਨੀ ਜੀ, ਸਤਿ ਸ੍ਰੀ ਅਕਾਲ। ਗੱਲ ਤਾਂ ਹੈ ਨਾ ਜੀ, ਕਈ ਤਾਂ ਇੱਕ ਬੰਦੇ ਦੀ ਅਕਾਲੀ ਦਲ ਰਹਿ ਗਏ, ਕਿਉਂ ਜੀ ਭਾਸਕਰ ਸਾਹਿਬ? ਕਿਸੇ ਦੇ ਇੱਕ ਦੇ ਕਿਸੇ ਦੇ ਦੋ ਹੈ ਜੀ। ਜਿੱਦਾਂ ਇੱਕ ਵਾਰ ਤੁਹਾਨੂੰ ਯਾਦ ਹੋਏਗਾ ਏਦਾਂ ਕਾਂਗਰਸ ਦਾ ਵੀ ਹੋਇਆ ਸੀਗਾ, ਔਰ ਮੈਂ ਵਾਜਪਾਈ ਸਾਹਿਬ ਦਾ ਇੱਕ ਭਾਸ਼ਣ ਸੁਣਿਆ ਸੀਗਾ ਇਲੈਕਸ਼ਨ ਮੀਟਿੰਗ ਵਿੱਚ, ਔਰ ਉਹ ਕਹਿੰਦੇ ਸੀ ਅੱਜ ਕੱਲ ਤੇ ਕਾਂਗਰਸ ਆਈ, ਕਾਂਗਰਸ ਯੂ, ਯਾਨੀ ਉਹਨਾਂ ਦਿਨਾਂ ਦੇ ਵਿੱਚ ਕਾਂਗਰਸ ਯੂ, ਕਾਂਗਰਸ ਅਰਸ ਕਰਕੇ ਦੋ ਲੀਡਰ ਸੀਗੇ। तो ਕਹਿੰਦੇ ਹੁਣ ਤੇ ਸਿਰਫ ਇੰਨੀ ਕੁ ਗੱਲ ਰਹਿ ਗਈ, ਕਾਂਗਰਸ ਆਈ, ਕਾਂਗਰਸ ਯੂ, ਕਾਂਗਰਸ ਮੈਂ, ਕਾਂਗਰਸ ਤੂੰ, ਤੇ ਕਾਂਗਰਸ ਦੇ ਵਿੱਚ ਮੈਂ ਤੂੰ ਸ਼ੁਰੂ ਹੋ ਗਈ ਹੈ ਜੀ। ਯਾਨੀ ਅਕਾਲੀ ਦਲ ਦੇ ਵੀ ਇੰਨੇ ਸਾਰੇ ਅਕਾਲੀ ਦਲ ਹੋ ਗਏ, ਅਕਾਲੀ ਦਲ ਟਕਸਾਲੀ, ਅਕਾਲੀ ਦਲ ਅੰਮ੍ਰਿਤਸਰ, ਅਕਾਲੀ ਦਲ ਲੌਂਗੋਵਾਲ, ਅਕਾਲੀ ਦਲ ਫਲਾਣਾ, ਯਾਨੀ ਲੇਕਿਨ ਇਹਨਾਂ ਨੇ ਸਿਆਣਾ ਇਹ ਕੀਤੀ ਹੈ ਕਿ ਸ਼੍ਰੋਮਣੀ ਅਕਾਲੀ ਦਲ ਨਾ ਰੱਖਣ ਤੋਂ ਬਾਅਦ ਬ੍ਰੈਕਟ ਖਾਲੀ ਛੱਡਿਆ ਹੋਇਆ, ਬ੍ਰੈਕਟ ਖਾਲੀ ਛੱਡਤੀ ਵੀ ਅਸਲ ਅਕਾਲੀ ਦਲ ਇਹਨਾਂ ਨੇ ਕੋਸ਼ਿਸ਼ ਕੀਤੀ ਹੈ ਕਿ ਮੈਂ ਆ, ਇਹ ਲੜਾਈ ਲੜਨਗੇ ਇਹ। ਹਾਂ, ਮੈਨੂੰ ਲੱਗਦਾ ਜਿਹੜਾ ਡੈਮੋਕ੍ਰੈਟਿਕ ਸ਼ਬਦ ਲਿੱਤਾ ਹੈ ਉਹ ਵਡਾਲਾ ਸਾਹਿਬ ਨੇ ਜਦੋਂ ਅਕਾਲੀ ਦਲ ਬਣਾਇਆ ਸੀਗਾ, ਉਹਨਾਂ ਦਾ ਵੀ ਸ਼੍ਰੋਮਣੀ ਅਕਾਲੀ ਦਲ ਡੈਮੋਕ੍ਰੈਟਿਕ ਹੀ ਹੁੰਦਾ ਸੀਗਾ, ਤੇ ਉਸ ਨਾਂ ਦੇ ਉੱਤੇ ਦੁਬਾਰਾ ਰਜਿਸਟ੍ਰੇਸ਼ਨ ਹੋ ਪਾਏਗਾ, ਉਹਨਾਂ ਦਾ ਕੈਂਸਲ ਹੋ ਗਿਆ ਸੀ, ਭਾਵੇਂ ਉਹ ਅਕਾਲੀ ਦਲ ਵਿੱਚ ਦੁਬਾਰਾ ਚਲੇ ਗਏ ਸੀ, ਪਰ ਉਹਨਾਂ ਨੇ ਨਾਲ ਦੇ ਨਾਲ ਆਪਣੀ ਪਾਰਟੀ ਵਾਈਂਡ ਅਪ ਕਰਤੀ ਸੀ, ਨਹੀਂ ਕਰਤੀ ਸੀ, ਇਹ ਵੀ ਟੈਕਨੀਕਲ ਤੌਰ ਤੇ ਦੇਖਣਾ ਪਏਗਾ। ਪਰ ਫਿਲਹਾਲ ਜਿੱਦਾਂ ਮੈਂ ਤੁਹਾਨੂੰ ਪਹਿਲੇ ਕਿਹਾ ਕਿ 2022 ਦੇ ਰਾਜਨੀਤਿਕ ਸਮੀਕਰਨ ਦੀ ਨੀਂਹ ਅੱਜ ਪੈ ਗਈ ਹੈ, ਹੁਣ ਅੱਗੇ ਚੱਲ ਕੇ ਗੱਡੀ ਜਾਂ ਊਂਟ ਕਿਸ ਕਰਵਟ ਬਹਿੰਦਾ ਹੈ ਉਹ ਦੇਖਣ ਵਾਲੀ ਗੱਲ ਹੈ। ਜੀ ਜੀ ਜੀ, ਬਹੁਤ ਬਹੁਤ ਧੰਨਵਾਦ ਜੀ ਤੁਹਾਡਾ, ਸ਼ੁਕਰੀਆ, ਮਿਹਰਬਾਨੀ। ਸੋ ਪ੍ਰੋਗਰਾਮ ਸ਼ਮਾਦਾਨ ਦੇ ਵਿੱਚ ਇਸ ਵਕਤ ਰੇਡੀਓ ਪੰਜਾਬ ਟੂਡੇ ਦੇ ਬਠਿੰਡਾ ਸਟੂਡੀਓ ਤੋਂ ਜੁੜੇ ਹੋਏ ਹੋ ਤੇ ਮੈਂ ਸਵਰਨ ਸਿੰਘ ਦਾਨੇਲੀਆ ਤੁਹਾਡੇ ਨਾਲ ਹਾਂ ਜੀ। ਤੁਸੀਂ ਕੋਈ ਵੀ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ ਤਾਂ ਤੁਸੀਂ ਮੇਰਾ ਨੰਬਰ ਨੋਟ ਕਰ ਲਓ 9780141741 97801 41741 ਦੇ ਉੱਤੇ ਤੁਸੀਂ ਸੰਪਰਕ ਕਰ ਸਕਦੇ ਹੋ। ਤੇ ਹਰਮੇਲ ਢਾਲੀਵਾਲ ਜੀ ਕਹਿੰਦੇ ਨੇ ਜੀ ਸਤਿ ਸ੍ਰੀ ਅਕਾਲ ਜੀ, ਸਾਰੇ ਵੀਰਾਂ ਨੂੰ ਬਹੁਤ ਬਹੁਤ ਧੰਨਵਾਦ, ਕਹਿੰਦੇ ਬਹੁਤ ਅੱਛੀ ਗੱਲਬਾਤ ਜਿਹੜੀ ਹੈ ਉਹ ਸਾਨੂੰ ਸੁਣ ਰਹੀ ਹੈ ਤੇ ਹੋਰ ਵੀ ਸੱਜਣਾ ਨੇ ਸੁਨੇਹੇ ਦਿੱਤੇ ਨੇ। ਸੋ ਮੈਂ ਇੱਕ ਗੁਜ਼ਾਰਿਸ਼ ਕਰਦਾ, ਕਹਾਣੀ ਜਿਹੜਾ ਅਸੀਂ ਸਿਲਸਿਲਾ ਸ਼ੁਰੂ ਕੀਤਾ ਤੁਹਾਨੂੰ ਕਿਸ ਤਰ੍ਹਾਂ ਲੱਗੀਆਂ ਨੇ, ਸੋ ਇਹਦੇ ਲਈ ਸਾਨੂੰ ਜ਼ਰੂਰ ਗੱਲਬਾਤ ਕਰਨਾ ਤੇ ਦੱਸਣਾ ਵੀ ਇਹ ਤੁਹਾਨੂੰ ਕਿਵੇਂ ਲੱਗਿਆ। ਅਸੀਂ ਹੋਰ ਆਰਟੀਕਲਸ ਵੀ ਜਿਹੜੇ ਨੇ ਤੁਹਾਨੂੰ ਜਿਹੜਾ ਪੜ੍ਹ ਕੇ ਸੁਣਾਇਆ ਕਰਾਂਗੇ, ਕਿਉਂਕਿ ਕਾਫੀ ਸੱਜਣਾ ਮਿੱਤਰਾਂ ਦੀ ਇੱਕ ਡਿਮਾਂਡ ਹੁੰਦੀ ਹੈ ਕਿ ਸਾਡੇ ਕੋਲੇ ਸਮਾਂ ਨਹੀਂ ਹੁੰਦਾ ਗਾ ਤੇ ਤੁਸੀਂ ਕਿਉਂ ਨਾ ਇਹਨੂੰ ਪੜ੍ਹ ਕੇ ਸੁਣਾ ਦਿਆ ਕਰੋ। ਤੇ ਸਾਡੀ ਇਹ ਕੋਸ਼ਿਸ਼ ਹਮੇਸ਼ਾ ਲਗਾਤਾਰ ਜਾਰੀ ਰਹੇਗੀ ਤੇ ਤੁਸੀਂ ਆਪਣੇ ਵਿਚਾਰ ਵੀ ਸਾਨੂੰ ਦਿੰਦੇ ਰਿਹਾ ਕਰੋ। ਤੇ ਇਹਦੇ ਲਈ ਨੰਬਰ ਜਿਹੜਾ ਹੈਗਾ ਜੀ ਆਪਣਾ 9814910666 ਦੇ ਉੱਤੇ ਤੁਸੀਂ ਜਿਹੜਾ ਹੈ ਸਾਨੂੰ ਕਾਲ ਕਰ ਸਕਦੇ ਹੋ, ਆਪਣੇ ਵਿਚਾਰ ਜਿਹੜੇ ਦੇ ਸਕਦੇ ਹੋ। ਤੇ ਇਸ ਤੋਂ ਇਲਾਵਾ ਤੁਸੀਂ ਵਟਸਐਪ ਵੀ ਕਰ ਸਕਦੇ ਹੋ ਸਾਨੂੰ 9214410666 ਦੇ ਉੱਤੇ। ਸੋ ਇਹਨਾਂ ਨੰਬਰਾਂ ਦੇ ਉੱਤੇ ਤੁਸੀਂ ਕਾਲ ਕਰਕੇ ਜਿਹੜਾ ਸਾਨੂੰ ਕਰ ਸਕਦੇ ਹੋ। ਵਟਸਐਪ ਕਾਲ ਲੈਂਦੇ ਜੀ ਇੱਕ। ਸਤਿ ਸ਼੍ਰੀ ਅਕਾਲ ਜੀ, ਆਨ ਏਅਰ ਵਟਸਐਪ ਕਾਲ ਤੇ। ਸਤਿ ਸ਼੍ਰੀ ਅਕਾਲ ਦਾਦੀ ਹੋਇਆ ਸਾਹਿਬ। ਸਤਿ ਸ਼੍ਰੀ ਅਕਾਲ ਜੀ ਅੰਕਲ, ਸਤਿ ਸ਼੍ਰੀ ਅਕਾਲ ਜੀ।
ਆਪਣਾ ਖੇਲਾ ਸਾਹਿਬ ਦਾ ਕੇਸ ਚੱਲਦਾ ਨਹੀਂ ਜੀ, ਇਹਨਾਂ ਦੇ ਬਾਦਲ ਨੇ ਆਪਣਾ ਜਿਹੜਾ ਸੈਕੂਲਰ ਆਪਣਾ ਧਾਰਮਿਕ ਅਕਾਲੀ ਦਲ ਜਿਹੜੀ ਸ਼੍ਰੋਮਣੀ ਲੜਦੇ ਆ, ਇਹਦਾ ਕੇਸ ਲੜ ਕੇ ਇਹਨਾਂ ਦਾ ਜਿਹੜਾ ਨਿਸ਼ਾਨ ਵੀ ਮੇਰਾ ਢੀਂਡਸਾ ਦਾ, ਉਹਨੂੰ ਮੋਦੀ ਸਾਹਿਬ ਨੇ ਦਵਾ ਦੇਣਾ, ਵੇਖ ਲਿਆ ਜੀ। ਅੱਛਾ ਜੀ, ਕਿਉਂਕਿ ਕੇਸ ਤਾਂ ਚੱਲਦਾ ਹੀ ਹੈ, ਤੁਹਾਨੂੰ ਪਤਾ ਤੱਕੜੀ ਵਾਲਾ ਕੇਸ ਵੀ ਕੇਸ ਦਾ ਫੈਸਲਾ ਹੋਣਾ ਤੇ ਉਦੋਂ ਜਿਹੜਾ ਤੱਕੜੀ ਆ ਉਹ ਢੀਂਡਸਾ ਸਾਹਿਬ ਨੂੰ ਮਿਲ ਜਾਣੀ ਆ ਜੀ। ਇਹ ਬੜੀ ਤੁਸੀਂ ਕੁੱਛੜ ਚੋਂ ਗੱਲ ਕੱਢੀ ਆ। ਕਿਆ ਸਰਾਈਆਂ ਤਾਂ ਕਿਆ ਸਰਾਈਆਂ ਹੀ ਹੁੰਦੀਆਂ ਜੀ, ਬੜੀਆਂ ਤਕੜੀਆਂ ਕਈ ਵਾਰੀ ਕੰਮ ਆ ਜਾਂਦੀਆਂ ਨੇ। ਨਹੀਂ ਐਵੇਂ ਹੋਣਾ, ਵੇਖ ਲਓ। ਜੀ ਜੀ, ਬਿਲਕੁਲ ਤੁਹਾਡੀ ਗੱਲ ਸਹੀ ਹੈ। ਦੇਖੋ, ਸਤਿ ਸ਼੍ਰੀ ਅਕਾਲ ਜੀ। ਤੇ ਨਿਤਿਨ ਲੂਥਰਾ ਜੀ ਸਾਡੇ ਨਾਲ ਜੁੜ ਗਏ ਨੇ। ਨਿਤਿਨ ਜੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਧੰਨਵਾਦ ਸਾਹਿਬ ਜੀ। ਤੇਲ ਦੀਆਂ ਕੀਮਤਾਂ ਨੂੰ ਲੈ ਕੇ ਅਕਾਲੀ ਦਲ ਦਾ ਪੰਜਾਬ ਭਰ ਦੇ ਵਿੱਚ ਧਰਨੇ ਆ, ਕਿੰਨੇ ਸਕਸੈਸਫੁਲ ਗਿਣਦੇ ਹੋ ਜੀ ਤੁਸੀਂ? ਕਿਉਂਕਿ ਪਿੰਡਾਂ ਦੇ ਵਿੱਚ ਵੀ ਸ਼ਹਿਰਾਂ ਦੇ ਵਿੱਚ ਵੀ 10-10 ਬੰਦੇ 5-5 ਬੰਦੇ ਜਿੱਥੇ ਮਿਲੇ ਉੱਥੇ ਹੀ ਤਖਤੀਆਂ ਲੈ ਕੇ ਬੈਠ ਕੇ ਨਾਅਰੇਬਾਜ਼ੀ ਕਰਕੇ ਤੇ ਆਪਣੇ ਬੰਦੇ ਨੇ ਫੇਸਬੁੱਕ ਤੋਂ ਲਾਈਵ ਕੀਤਾ ਤੇ ਤਸਵੀਰਾਂ ਜਿਹੜੀਆਂ ਇੱਕ ਸੈਂਟਰ ਜਿਹੜੀ ਹੱਬ ਸੀ ਇਹਨਾਂ ਦਾ ਵਾਰ ਰੂਮ ਸੀ ਉੱਥੋਂ ਜਾਰੀ ਕੀਤੀਆਂ ਗਈਆਂ ਨੇ। ਬਿਲਕੁਲ ਧੰਨਵਾਦ ਸਾਹਿਬ। ਅੱਜ ਜਿਹੜਾ ਦਿਨ ਸੀ ਇਹ ਅਕਾਲੀ ਦਲ ਨੇ ਧਰਨਿਆਂ ਦੇ ਨਾਮ ਹੀ ਦਿੱਤਾ ਗਿਆ ਸੀ ਜੀ। ਕਸਬੇ ਤੋਂ ਲੈ ਕੇ ਤੇ ਪਿੰਡ ਤੋਂ ਲੈ ਕੇ ਤੇ ਪਿੰਡ ਦੇ ਵਿੱਚ ਜਿੰਨੇ ਧੜੇ ਆ ਸਾਰਿਆਂ ਨੇ ਆਪਣੇ ਧੜਿਆਂ ਸਮੇਤ ਜਿਹੜਾ ਵਾ ਇਹ ਅੱਜ ਧਰਨਾ ਦਿੱਤਾ ਜੀ। ਤੇ ਮੇਨ ਚ ਮੁੱਦਾ ਸੀ ਜਿਹੜੀਆਂ ਸਕੂਲ ਦੀਆਂ ਫੀਸਾਂ ਪ੍ਰਾਈਵੇਟ ਸਕੂਲਾਂ ਦੀਆਂ ਉਹ ਮਾਫ ਕੀਤੀਆਂ ਜਾਣ। ਇਸ ਤੋਂ ਇਲਾਵਾ ਤੇਲ ਦੀਆਂ ਵਧੀਆ ਕੀਮਤਾਂ ਜਿਹੜੀਆਂ ਉਹ ਵੈਟ ਘਟਾਇਆ ਜਾਏ ਜੀ। ਇਹਦੇ ਨਾਲ ਹੀ ਜਿਹੜਾ ਕਿਹਾ ਜਾਂਦਾ ਵਾ ਵੀ ਨੀਲੇ ਕਾਰਡ ਜਿਨ੍ਹਾਂ ਦੇ ਕੱਟੇ ਗਏ ਉਹਨਾਂ ਨੂੰ ਲੈ ਕੇ ਧਰਨਾ ਸੀ ਜੀ। ਤੇ ਇਹ ਸਾਰਾ ਕੁੱਲ ਮਿਲਾ ਕੇ ਪੂਰੇ ਪੰਜਾਬ ਦੇ ਵਿੱਚ ਅੱਜ ਧਰਨੇ ਜਿਹੜੇ ਆ ਚੱਲਦੇ ਰਹੇ। ਤਾਂ ਖਾਸ ਗੱਲ ਇਹ ਰਹੀ ਕਿ ਧੜੇਬੰਦੀ ਨਾਲ ਧਰਨੇ ਚੱਲੇ ਜੀ। ਅੱਛਾ, ਧੜੇਬੰਦੀਆਂ ਵੀ ਚੱਲੀਆਂ। ਅੱਛਾ ਬਿਲਕੁਲ। ਜੇ ਇੱਕ ਪਿੰਡ 'ਚ 2 ਧੜੇ ਆ ਤੇ ਉਹਨਾਂ ਦੋਵਾਂ ਨੇ ਵੱਖੋ ਵੱਖ ਧਰਨਾ ਦਿੱਤਾ ਵਾ, ਨਾ ਕਿ ਇੱਕ ਜਗ੍ਹਾ ਇਕੱਠੇ ਹੋ ਕੇ। ਜੀ। ਖਾਸ ਗੱਲ ਇਹ ਰਹੀ ਫਿਰ ਅੱਛਾ ਵੀ ਇਕੱਠੇ ਹੋ ਕੇ ਇੱਕ ਚਿਹਰਾ ਨਹੀਂ ਆਇਆ ਵੀ ਕਹਿੰਦੇ ਅਸੀਂ ਆਪਦੀ ਪ੍ਰੈਜ਼ੈਂਸ ਸ਼ੋ ਕੀਤੀ ਸਾਰਿਆਂ ਨੇ। ਬਿਲਕੁਲ। ਜਿਹੜੀ ਤੁਸੀਂ ਪਹਿਲਾਂ ਗੱਲ ਕੀਤੀ ਕਿ ਜ਼ਿਆਦਾਤਰ ਫੇਸਬੁੱਕ ਤੇ ਲਾਈਵ ਚੱਲੇ ਜਾਂ ਆਪਣੇ ਸੋਸ਼ਲ ਮੀਡੀਆ ਤੇ ਉਹਨਾਂ ਨੇ ਐਕਟਿਵ ਹੋ ਕੇ ਜੀ ਸਾਰਾ ਕੁਝ ਕੀਤਾ। ਤੇ ਇਦਾਂ ਦਾ ਮਾਹੌਲ ਰਿਹਾ ਜੀ ਅੱਜ ਤੇ। ਜੀ। ਤੇ ਤੁਸੀਂ ਇਹਨੂੰ ਕਿੰਨਾ ਸਕਸੈਸਫੁਲ ਗਿਣਦੇ ਹੋ ਸਾਰੇ ਮਾਮਲੇ? ਦੇਖੋ ਦਰਬਾਰ ਸਾਹਿਬ, ਇਹ ਸਕਸੈਸਫੁਲ ਵਾਲੀ ਗੱਲ ਨਹੀਂ ਹੈ। ਗੱਲਬਾਤ ਦੇਖੋ, ਮੁੱਦਾ ਤਾਂ ਚੁੱਕਿਆ, ਲੋਕ ਸੜਕਾਂ ਤੇ ਆਏ, ਲੋਕ ਸਮਝ ਕੇ ਮੁੱਦਾ ਚੁੱਕਿਆ, ਲੇਕਿਨ ਮੁੱਦੇ 'ਚ ਕੋਈ ਅਸਰ ਤਾਂ ਹੋਵੇ ਨਾ। ਹੁਣ ਦੇਖੋ, ਇੱਕ ਪਾਸੇ ਕਹੀ ਜਾਂਦੇ ਕਿ ਸੈਂਟਰ ਗਵਰਨਮੈਂਟ ਜੇ ਗਲਤ ਕਰੇਗੀ ਤੇ ਉਹਦੇ ਖਿਲਾਫ ਵੀ ਅਸੀਂ ਬੋਲਾਂਗੇ, ਪਰ ਗਲਤ ਆਟੋਮੈਟਿਕਲੀ ਹੈ ਘਰੇ ਜਾਂਦੀ ਹੈ। ਘਰ ਦੇ ਖਿਲਾਫ ਹੀ ਤੁਸੀਂ ਘਰ ਦੇ ਮੈਂਬਰ ਦੇ ਖਿਲਾਫ ਹੀ ਧਰਨਾ ਚੁੱਕੀ ਲਾਈ ਖੜੇ ਕਰਤੀਆਂ। ਬਸ ਇਹ ਗੱਲ ਹੈ ਜੀ। ਮਿਹਰਬਾਨੀ ਜੀ, ਮਿਹਰਬਾਨੀ। ਸਤਿ ਸ਼੍ਰੀ ਅਕਾਲ। ਇੱਕ ਕਾਲ ਲੈ ਲਈਏ ਜੀ। ਆਪਣੇ 92-164 ਤੇ ਤੁਸੀਂ ਆਉਣੇ ਰਹੋ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਸਰ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਬਾਈ, ਸੁਖਚੈਨ ਸੰਧੂ ਜੀਰੇ ਤੋਂ ਬੋਲਦਾ ਜੀ। ਜੀ ਬੋਲੋ ਜੀ ਸੰਧੂ ਸਾਹਿਬ। ਹਾਂਜੀ ਬਾਈ ਜੀ, ਮੇਰੇ ਵੀ ਇਹੋ ਸੀਗਾ ਜਿਹੜੇ ਚਾਚਾ ਗਰਮੇਲ ਸਿੰਘ ਨੇ ਕੈਨੇਡਾ ਤੋਂ ਉਹ ਕਰਤੀ ਆ, ਮੈਂ ਵੀ ਇਨਪੁਟ ਪਾਉਣੀ ਸੀ। ਪਾਓ ਜੀ, ਪਾਓ। ਵੀ ਜਿੱਥੇ ਇਹਨਾਂ ਦਾ ਹੋਏਗਾ ਨਾ ਜੀ, ਇਹਨਾਂ ਨੇ ਜਿਹੜੇ ਬ੍ਰੈਕਟ ਖਾਲੀ ਛੱਡੀ ਆ ਉਹ ਇਸੇ ਕਰਕੇ ਛੱਡੀ ਆ ਵੀ ਤੋਤਾ ਸਿੰਘ ਕੋਲੇ ਆ ਉਹਦੇ ਜਿਹੜਾ ਹੈਗਾ ਨਾ ਜੀ ਰਾਈਟ ਆ। ਅੱਛਾ, ਮੈਨੂੰ ਜਿੱਥੋਂ ਤੱਕ ਮੇਰੀ ਇਨਫੋਰਮੇਸ਼ਨ ਤੁਹਾਡੀ ਜ਼ਿਆਦਾ ਵੀ ਹੋ ਸਕਦੀ ਹੈਗਾ, ਚਰਚਾਵਾਂ ਹੈਗੀਆਂ ਨੇ। ਹਾਂਜੀ, ਤੋਤਾ ਸਿੰਘ ਹੁਣੀ ਗਰਚੇ ਆ ਪਰਿਵਾਰ ਆ ਲੁਧਿਆਣੇ ਵਾਲੇ, ਉਹ ਪੱਕੇ ਉਹਨਾਂ ਦੇ ਰਲ ਚੁੱਕੇ, ਉਹਨਾਂ ਨੇ ਪ੍ਰੋਗਰਾਮ ਕਰਾਇਆ ਸਾਰਾ। ਤੇ ਇਹ ਆਪਸ ਵਿੱਚ ਕੁੜਮਾ ਜੀ ਤੋਤਾ ਸਿੰਘ ਕੇ ਤੇ ਤੋਤਾ ਸਿੰਘ ਦਾ ਬੇਟਾ ਉਧਰ ਵਿਆਹਿਆ ਜਗਦੀਸ਼ ਸਿੰਘ ਗਰਚਾ ਵਾਲੇ ਜੀ। ਤੇ ਉਹ ਹੋ ਸਕਦਾ ਵੀ ਉਹ ਇਹਨਾਂ ਦੀ ਚਾਚਾ ਗਰਮੇਲ ਸਿੰਘ ਦੀ ਗੱਲ ਬਿਲਕੁਲ ਰਾਈਟ ਆ। ਇਹੀ ਮੇਰੇ ਦਿਮਾਗ 'ਚ ਸੀ ਵੀ ਇਹਨਾਂ ਉਹ ਜਿਹੜੀ ਆ ਵੀ ਇਹਨਾਂ ਨੇ ਉਹ ਜਿੱਥੇ ਉਹਨਾਂ ਨੇ ਕਿਹਾ ਵੀ ਅਸੀਂ ਆਪਦੇ ਹੱਕ ਵਾਸਤੇ ਜੋ ਮਤਲਬ ਅਦਾਲਤ ਦੇ ਸਾਨੂੰ ਕੁੰਡਾ ਖੜਕਾਉਣਗੇ ਜੀ। ਤੇ ਉਹ ਅਕਾਲੀ ਦਲ ਤੱਕੜੀ ਜਿਹੜੀ ਆ ਤੋਤਾ ਸਿੰਘ ਦੀ ਵੀ ਕੁਛ ਨਾ ਕੁਛ 5-7% ਨਾਰਾਜ਼ਗੀ ਚੱਲ ਰਹੀ ਹੈ। ਨਾਰਾਜ਼ਗੀ ਤਾਂ ਦੇਖੋ, ਤੋਤਾ ਸਿੰਘ ਦੀ ਤਾਂ ਸ਼ਰੇਆਮ ਆਪਾਂ ਨੂੰ ਪਤਾ ਸੀਗਾ ਕਿ ਤੋਤਾ ਸਿੰਘ ਨੂੰ ਜੇਕਰ ਵਜ਼ਾਰਤ ਮਿਲੀ ਸੀ ਜਾਂ ਹੋਰ ਕੁਛ ਮਿਲਿਆ ਸੀ ਤਾਂ ਜੇਤਲੀ ਸਾਹਿਬ ਦਾ ਬਹੁਤ ਵੱਡਾ ਹੱਥ ਸੀ ਉਹਦੇ 'ਚ। ਬਿਲਕੁਲ ਜੋ ਜੇਤਲੀ ਸਾਹਿਬ ਇਹਨਾਂ ਨੂੰ ਦਵਾ ਗਏ ਸੀ ਤੇ ਇਹਨਾਂ ਤੋਂ ਜਦੋਂ ਚਰਚਾਵਾਂ ਵੀ ਉੱਠੀਆਂ ਤਾਂ ਤੋਤਾ ਸਿੰਘ ਨੇ ਸਭ ਤੋਂ ਪਹਿਲਾਂ ਬਾਗੀ ਸੁਰਾਂ ਵੀ ਲਾਪੀਆਂ ਸੀ। ਬਿਲਕੁਲ ਜੀ, ਬਿਲਕੁਲ। ਤੇ ਹੁਣ ਉਹ ਜਿਹੜਾ ਗਰਚਾ ਨਾਲ ਪਰਿਵਾਰ ਨਾਲ ਇਹਨਾਂ ਦੀ ਰਿਸ਼ਤੇਦਾਰੀ ਆ ਤੇ ਗਰਚਾ ਪਰਿਵਾਰ ਤੋਂ ਮੋਢੀ ਉਧਰ ਬਣ ਗਿਆ, ਉਹ ਇਹ ਸਾਰੀਆਂ ਜਿਹੜੀਆਂ ਨੇ ਸੁਭਾਵਨਾ ਇਸੇ ਚ ਮੁੱਢ ਬੰਨ੍ਹਦੀਆਂ ਵੀ ਇਹ ਤੋਤਾ ਸਿੰਘ ਤੋਂ ਜਿਹੜੀ ਤੱਕੜੀ ਅਕਾਲੀ ਦਲ ਨੂੰ ਜਿਹੜਾ ਦਾਅਵਾ ਕੀਤਾ ਸੁਖਦੇਵ ਸਿੰਘ ਢੀਂਡਸਾ ਐਵੇਂ ਨਹੀਂ ਕੀਤਾ। ਉਹ ਕੱਚੇ ਪੈਰ ਨਹੀਂ ਪੁੱਟਦਾ ਗਾ, ਪੱਕੇ ਪੈਰ ਨਹੀਂ ਪੁੱਟਦਾ ਜੀ। ਕਿਤੇ ਨਾ ਕਿਤੇ ਉਹ ਹੈਗਾ ਵੀ ਇਹ ਜਿਹੜਾ ਇੱਧਰ ਨੂੰ ਉਹ ਗੱਲ
ਸ਼੍ਰੋਮਣੀ ਅਕਾਲੀ ਦਲ ਜਿਹੜਾ ਉਹਨੇ ਕਿਹਾ ਨਾ ਵੀ ਉਹ ਉਧਰ ਗੱਲ ਜਾਊਗੀ, ਅਦਾਲਤ ਤੱਕ ਜਾਂਦਾ ਜਾਂਦਾ ਇਹ ਰੁਕ ਇਹ ਗੱਲ ਲੈ ਜੂਗੀ ਜੀ। ਜੀ 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 ਧੰਨਵਾਦ ਜੀ, ਮਿਹਰਬਾਨੀ ਜੀ। ਤੇ ਅਮਨਦੀਪ ਗੋਸਲ ਜੀ ਮੇਰੇ ਨਾਲ। ਗੋਸਲ ਸਾਹਿਬ ਸਤਿ ਸ਼੍ਰੀ ਅਕਾਲ ਜੀ। ਅਮਨਦੀਪ ਗੋਸਲ ਜੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਦਾਨਿਆਲ ਸਾਹਿਬ ਜੀ। ਅਮਨਦੀਪ ਜੀ ਆਪਣੇ ਤਾਂ ਬਠਿੰਡੇ ਅੱਜ ਧਰਨੇ ਕਹਿੰਦੇ 3-4 ਅੱਡੋ ਅੱਡ ਲੱਗੇ ਸੀਗੇ ਸਵੇਰ ਤੋਂ, ਕਿਸਾਨ ਵੀ ਕਈ ਦਿਨਾਂ ਤੋਂ ਸੀ, ਅੱਜ ਹੋਰ ਵੀ ਸੀ, ਕਹਿੰਦੇ ਧਰਨਿਆਂ ਦਾ ਸ਼ਹਿਰ ਬਣ ਚੁੱਕਿਆ ਬਠਿੰਡਾ। ਜੀ ਬਿਲਕੁਲ, ਦੂਜਾ ਆਪਾਂ ਮਟਕਾ ਚੌਂਕ ਕਹਿ ਸਕਦੇ ਹਾਂ ਚੰਡੀਗੜ੍ਹ ਵਾਲਾ। ਤੇ ਬਠਿੰਡਾ ਦੇ ਵਿੱਚ ਅੱਜ ਜਿਸ ਤਰ੍ਹਾਂ ਸ਼੍ਰੋਮਣੀ ਅਕਾਲੀ ਦਲ ਨੇ ਸਾਰੇ ਪੰਜਾਬ 'ਚ ਜਿਹੜਾ ਹੈਗਾ ਧਰਨਿਆਂ ਦਾ ਪ੍ਰੋਗਰਾਮ ਲਿਖਿਆ ਸੀ, ਉਸੇ ਲੜੀ ਤਹਿਤ ਬਠਿੰਡਾ 'ਚ ਅੱਜ 8 ਸਰਕਲਾਂ ਦੇ ਵਿੱਚ ਜਿਹੜੇ ਧਰਨੇ ਦਿੱਤੇ ਗਏ ਸੀਗੇ। ਤੇ 8 ਸਰਕਲਾਂ ਦੇ ਵਿੱਚ ਇਹਨਾਂ ਵੱਲੋਂ ਜਿਹੜੀ ਸਭ ਤੋਂ ਵਿਸ਼ੇਸ਼ ਗੱਲ ਦੇਖਣ ਨੂੰ ਇਹ ਮਿਲੀ ਵੀ ਇਹ ਜਿਹੜਾ ਹੈਗਾ ਕਰੋਨਾ ਮਹਾਮਾਰੀ ਦੇ ਦੌਰਾਨ ਜਿਹੜਾ ਸੋਸ਼ਲ ਡਿਸਟੈਂਸਿੰਗ ਦੀ ਹਦਾਇਤ ਕੀਤੀ ਗਈ ਸੀ ਜੀ, ਉਹਦੀ ਬੜੀ ਪਾਲਣਾ ਕੀਤੀ ਗਈ। ਇਹਨਾਂ ਨੇ 8 ਜਿਹੜੇ ਸਰਕਲਾਂ 'ਚ ਧਰਨੇ ਦਿੱਤੇ ਗਏ, ਸਿਰਫ 20-20, 50-50 ਬੰਦਿਆਂ ਨੇ ਇਕੱਠੇ ਹੋ ਕੇ ਜਿਹੜਾ ਹੈਗਾ ਸੋਸ਼ਲ ਡਿਸਟੈਂਸਿੰਗ ਦਾ ਧਿਆਨ ਰੱਖਦੇ ਫੇਸ ਮਾਸਕ ਵਰਤ ਕੇ ਇਹ ਧਰਨਾ ਪ੍ਰਦਰਸ਼ਨ ਸਰਕਾਰ ਖਿਲਾਫ ਕੀਤਾ। ਵਧੀਆਂ ਹੋਈਆਂ ਤੇਲ ਕੀਮਤਾਂ ਨੂੰ ਲੈ ਕੇ, ਰਾਸ਼ਨ ਕਾਰਡ ਜਿਹੜੇ ਕੱਟੇ ਗਏ ਆ, ਨੀਲੇ ਕਾਰਡ ਜਿਹਨਾਂ ਆਪਾਂ ਕਹਿੰਦੇ ਆ, ਤੇ ਸਕੂਲ ਫੀਸਾਂ ਨੂੰ ਲੈ ਕੇ। ਜੀ ਜੀ। ਤੇ ਅਕਾਲੀ ਦਲ ਨੇ ਜਿਹੜਾ ਹੈਗਾ ਐਲਾਨ ਕਰ ਦਿੱਤਾ ਵੀ ਜਿੰਨਾ ਚਿਰ ਸਰਕਾਰ ਉਹਨਾਂ ਦੀਆਂ ਇਹਨਾਂ ਮੰਗਾਂ ਵੱਲ ਧਿਆਨ ਨਹੀਂ ਦਿੰਦੀ ਤਾਂ ਉਹ ਸੰਘਰਸ਼ ਹੋਰ ਤੇਜ਼ ਕਰਨਗੇ ਜੀ। ਤੇ ਜਿਹੜਾ ਆਪਾਂ ਦੂਸਰੇ ਧਰਨੇ ਦੀ ਗੱਲ ਕਰਦੇ ਆ ਜੀ, ਦੂਸਰਾ ਧਰਨਾ। ਹੈਲੋ। ਹਾਂਜੀ 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 ਮੈਂ ਸੁਣ ਰਿਹਾ ਜੀ। ਹੈਲੋ। ਹਾਂਜੀ ਹਾਂਜੀ ਬੋਲੋ ਜੀ, ਬੋਲੋ ਬੋਲੋ ਬੋਲੋ, ਬਿਲਕੁਲ ਆਵਾਜ਼ ਆ ਰਹੀ ਹੈ ਤੁਹਾਡੀ। ਹੈਲੋ। ਹਾਂਜੀ ਹਾਂਜੀ ਇੱਕ ਮਿੰਟ ਜੀ, ਇੱਕ ਮਿੰਟ। ਜਿਹੜੀ ਗੋਸਲ ਸਾਹਿਬ ਆਵਾਜ਼ ਤੁਹਾਡੀ ਮੇਰੇ ਕੋਲੇ ਪਹੁੰਚ ਰਹੀ ਹੈ, ਆਵਾਜ਼ ਪਹੁੰਚ ਰਹੀ ਹੈ ਤੁਹਾਡੀ, ਪਲੀਜ਼ ਜੀ। ਹਾਂਜੀ ਹਾਂਜੀ। ਜਿਹੜਾ ਦੂਸਰਾ ਸੀਗਾ ਜੀ ਉਹ ਡੈਮੋਕ੍ਰੈਟਿਕ ਫਰੰਟ ਵੱਲੋਂ ਜਿਹੜਾ ਹੈਗਾ ਪੰਜਾਬ ਸਰਕਾਰ ਦੇ ਖਿਲਾਫ ਜਿਹੜਾ ਹੈਗਾ ਪੁਤਲਾ ਫੂਕ ਪ੍ਰਦਰਸ਼ਨ ਡੀਸੀ ਦਫ਼ਤਰ ਦੇ ਸਾਹਮਣੇ ਕੀਤਾ ਗਿਆ, ਜਿਨ੍ਹਾਂ ਵੱਲੋਂ ਸਰਕਾਰ ਤੋਂ ਡਿਮਾਂਡ ਕੀਤੀ ਗਈ ਵੀ ਜਿਹੜੀਆਂ ਤੁਸੀਂ ਵਾਅਦੇ ਕੀਤੇ ਸੀਗੇ ਕੱਚੇ ਮੁਲਾਜ਼ਮਾਂ ਨੂੰ ਪੱਕੇ ਕਰਨ ਦੇ ਤੇ ਜਿਹੜਾ ਹੈਗਾ ਘਰ ਘਰ ਨੌਕਰੀ ਦੇ, ਉਹ ਵਾਅਦੇ ਪੂਰੇ ਕੀਤੇ ਜਾਣ। ਪਰ ਉਹ ਵਾਅਦਿਆਂ ਤੇ ਜਿਹੜਾ ਹੈਗਾ ਉਹ ਸਿਰਫ ਇੱਕ ਆਪਣਾ ਕਹਿ ਦਈਏ ਲਿਖਤੀ ਬਿਆਨ ਬਣ ਕੇ ਰਹਿ ਗਏ ਨੇ, ਪਰ ਉਹਨਾਂ ਵਾਅਦਿਆਂ ਨੂੰ ਅਮਲ 'ਚ ਨਹੀਂ ਲਿਆਂਦਾ ਗਿਆ। ਤੀਸਰਾ ਧਰਨਾ ਬਠਿੰਡਾ ਸਿਵਲ ਹਸਪੀਟਲ ਦੇ ਵਿੱਚ ਲੱਗਿਆ ਜੀ, ਜਿੱਥੇ ਜਿਹੜਾ ਹੈਗਾ ਆਪਣਾ ਸਿਵਲ ਹਸਪੀਟਲ ਦੇ ਜਿਹੜੇ ਕੰਟਰੈਕਟ ਬੇਸ ਕਰਮਚਾਰੀਆਂ ਨੇ ਪੰਜਾਬ ਸਰਕਾਰ ਖਿਲਾਫ ਮੋਰਚਾ ਖੋਲ ਦਿੱਤਾ। ਉਹਨਾਂ ਦਾ ਕਹਿਣਾ ਹੈ ਵੀ ਕਰੋਨਾ ਵਰਗੀ ਮਹਾਮਾਰੀ ਦੇ ਵਿੱਚ ਉਹ ਫਰੰਟ ਲਾਈਨ ਤੇ ਕੰਮ ਕਰ ਰਹੇ ਨੇ, ਪਰ ਉਹਨਾਂ ਦੀ ਜਿਹੜੀ ਸੁਰੱਖਿਆ ਨੂੰ ਲੈ ਕੇ ਕਿਸੇ ਤਰ੍ਹਾਂ ਦਾ ਸਰਕਾਰ ਨੇ ਕੋਈ ਵੀ ਐਲਾਨ ਨਹੀਂ ਕੀਤਾ, ਨਾ ਹੀ ਉਹਨਾਂ ਨੂੰ ਰੈਗੂਲਰ ਕੀਤਾ ਜਾ ਰਿਹਾ ਹੈ। ਅਗਰ ਉਹਨਾਂ ਨੂੰ ਕਿਸੇ ਤਰ੍ਹਾਂ ਦੀ ਕੋਈ ਪ੍ਰੋਬਲਮ ਕ੍ਰੀਏਟ ਹੁੰਦੀ ਹੈ ਤਾਂ ਉਹ ਜਿਹੜੀ ਬੇਸਿਕ ਪੇ 10,000 11,000 ਤੇ ਹੀ ਆਪਣਾ ਗੁਜ਼ਾਰਾ ਕਰਨ ਲਈ ਅੱਜ ਜਿਹੜਾ ਗੁਜ਼ਾਰਾ ਕਰ ਰਹੇ ਨੇ ਉਸ ਤੇ ਹੀ ਨਿਰਭਰ ਨੇ। ਜੀ ਜੀ। ਸੋ ਮਿਹਰਬਾਨੀ ਜੀ ਗੋਸਲ ਸਾਹਿਬ, ਤੁਹਾਡੀ ਸ਼ੁਕਰੀਆ, ਧੰਨਵਾਦ ਜੀ, ਮਿਹਰਬਾਨੀ। ਸੋ ਪ੍ਰੋਗਰਾਮ ਸ਼ਮਾਦਾਨ ਨੂੰ ਮੈਂ ਇੱਥੇ ਹੀ ਸਮਾਪਤ ਕਰਨ ਦੀ ਤੁਹਾਡੇ ਤੋਂ ਆਗਿਆ ਲੈਂਦਾ ਜੀ। ਤੁਸੀਂ ਵੀ ਜੇਕਰ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ ਤਾਂ ਮੇਰਾ ਨੰਬਰ ਤੁਹਾਡੇ ਕੋਲ ਹੈਗਾ 9780141741। ਬਾਕੀ ਥੋੜ੍ਹਾ ਜਿਹਾ ਵਿੱਚ ਨਾ ਹਲਕਾ ਫੁਲਕਾ ਵੀ ਅਸੀਂ ਕਹਾਣੀਆਂ ਕੁਛ ਹੋਰ ਇਹੋ ਜਿਹੀਆਂ ਐਡ ਆਨਸ ਜਿਹੜੀਆਂ ਕਰ ਰਹੇ ਹਾਂ। ਤੁਹਾਨੂੰ ਸਾਡਾ ਉਪਰਾਲਾ ਕਿਸ ਤਰ੍ਹਾਂ ਲੱਗਾ ਪਲੀਜ਼ ਥੋੜ੍ਹਾ ਕਮੈਂਟ ਕਰ ਦਿਆ ਕਰੋ। 9214410666 ਦੇ ਉੱਤੇ ਸਾਡਾ ਹੌਸਲਾ ਵੱਧਦਾ। ਕਮੈਂਟਸ ਦੀ ਬਹੁਤ ਸਾਨੂੰ ਦੇਖੋ ਸਿੱਧੀ ਗੱਲ ਹੈ ਕਿ ਹੌਸਲਾ ਤਾਂ ਹੀ ਵਧੂਗਾ ਜੇ ਤੁਸੀਂ ਭਾਵੇਂ ਸਾਡੀ ਨਿੰਦਿਆ ਹੀ ਕਰਦੇ ਹੋ, ਸਾਨੂੰ ਪਤਾ ਤਾਂ ਲੱਗੇ ਵੀ ਸਾਡੇ 'ਚ ਕਮੀ ਕੀ ਹੈ। ਜੇਕਰ ਅਸੀਂ ਤੁਸੀਂ ਸੁਣ ਕੇ ਤੇ ਪਰਾਂ ਨੂੰ ਚਲੇ ਗਏ ਤੇ ਸਾਨੂੰ ਕਮੈਂਟਸ ਨਾ ਕੀਤੇ ਜਾਂ YouTube ਦੇ ਉੱਤੇ ਤੁਸੀਂ ਕਮੈਂਟਸ ਨਾ ਕੀਤੇ ਤੇ ਵੀਰ ਜੀ ਫਿਰ ਮਜ਼ਾ ਜਾ ਨਹੀਂ ਆਉਂਦਾ ਗਾ ਕੰਮ ਕਰਨ ਦਾ। ਫਿਰ ਤਾਂ ਹੀ ਲੱਗਦਾ ਵੀ ਇਕੱਲੇ ਜੇ ਬੋਲ ਕੇ ਤੁਰ ਗਏ, ਸੁਣਿਆ ਕਿ ਨਹੀਂ ਸੁਣਿਆ ਕਿਸੇ ਨੇ, ਸਾਨੂੰ ਪਤਾ ਤਾਂ ਲੱਗੇ। ਕਮੈਂਟਸ 9214410666 ਇਹਦੇ ਉੱਤੇ YouTube ਦੇ ਉੱਤੇ ਪਲੀਜ਼ ਜੋ ਵੀ ਪ੍ਰੋਗਰਾਮ ਪਾਉਣੇ ਆ, ਬੇਨਤੀ ਹੈ ਤੁਹਾਨੂੰ ਕਿ ਜਿਹੜੇ ਵੀਰ ਹੁਣ ਸੁਣ ਰਹੇ ਨੇ ਕਮੈਂਟ ਵੀ ਕਰ ਦਿਓ। ਨਾਲ ਦੀ ਨਾਲ ਮੇਰੀ ਗੁਜ਼ਾਰਿਸ਼ ਹੈ ਤੁਹਾਨੂੰ ਕਿ ਆਪਣਾ YouTube ਚੈਨਲ ਵੀ ਸਬਸਕ੍ਰਾਈਬ ਕਰੋ। 250 ਰਹਿ ਗਿਆ ਜੀ, ਲੱਖ ਪੂਰਾ ਕਰਾ ਦਿਓ, ਬੇਨਤੀ ਹੈ ਤੁਹਾਨੂੰ, ਕਿਉਂਕਿ ਲੱਖ ਦੇ ਨਾਲ ਇੱਕ ਬੜਾ ਅੱਛਾ ਬੈਜ ਬਣ ਜਾਂਦਾ YouTube ਚੈਨਲ ਦਾ, ਇੱਕ ਕ੍ਰੈਡੀਬਿਲਿਟੀ ਬਣ ਜਾਂਦੀ ਹੈ। 250 ਰਹਿ ਗਿਆ ਸਾਰਾ, 250 ਕੋਈ ਬਾਹਲਾ ਲੰਮਾ ਚੌੜਾ ਗੱਲ ਨਹੀਂ। ਰੇਡੀਓ ਪੰਜਾਬ ਟੂਡੇ ਪਾਓਗੇ ਪੀਲੇ ਰੰਗ ਦੇ ਉੱਤੇ ਤੁਹਾਨੂੰ ਰੇਡੀਓ ਪੰਜਾਬ ਟੂਡੇ ਮਿਲੇਗਾ। ਇੱਕ ਬਾਈ ਬਖਤੌਰ ਜੀ ਦਾ ਵੀ ਨਾਲ ਆਉਂਦਾ, ਦੋਹੇ ਸਬਸਕ੍ਰਾਈਬ ਕਰੋ। ਸੋ ਬੇਨਤੀ ਹੈ ਤੁਹਾਨੂੰ ਸਾਰਿਆਂ ਨੂੰ। ਅਤੇ ਪ੍ਰੋਗਰਾਮ ਸ਼ਮਾਦਾਨ ਨੂੰ ਮੈਂ ਇੱਥੇ ਹੀ ਸਮਾਪਤ ਕਰਨ ਦੀ ਤੁਹਾਡੇ ਤੋਂ ਲੈਣਾ ਆਗਿਆ। ਕੱਲ੍ਹ ਨੂੰ ਮਿਲਾਂਗੇ ਜੀ ਇਸੇ ਵਕਤ, ਕਹਿਣ ਤੋਂ ਭਾਵ ਵੀ ਹੁਣ ਤੋਂ 2 ਘੰਟੇ ਪਹਿਲਾਂ 5:30 ਵਜੇ।